सतनाम श्री वाहिगुरु साहिब जी। एक दूजी बो लख होहे, लख होवै लख वीस। लख लख गेड़ा आखिए, एक नाम जगदीश। एक दूजी बो लख होहे, लख होवै लख वीस। लख लख गेड़ा आखिए है, एक नाम जगदीश। एत राहे पत पवड़िया, चढ़िया होए 21। सुन गल्ला आकाश की, कीटा आई रीस। नानक नदरी पाईऐ, कूड़ी कूड़ै ठीस। सुन गल्ला आकाश की, कीटा आई रीस। नानक नदरी पाईऐ, कूड़ी कूड़ै ठीस। वाहिगुरु जी का खालसा, वाहिगुरु जी की फतेह। सतगुरु गुरु गरीब निवाज बख्शिंद महरम दादा जी की अपार बख्शिश सदका सच्चे पातशाह जी ने दया वरताई है जी। महाराज जी आप सहाय हो के अपनी सिफत सलाह आप करवाउंदे ने। सतगुरां दी किरपा दे नाल असां ने कल विचारिया धन श्री गुरु नानक देव महाराज जी जोगियां मुखातब हो के कहते ने, ऐ जोगियो, जो तुहाडे धर्म दे बाहरी चिन्ह हन वो कुछ होर कहंदे पे ने, तुहाडा जीवन कुछ होर कहंदा पिया। जो भी धर्म दे चिन्ह हुंदे ने ये मनुख नूं रूहानीयत नाल जोड़न दा कारज करदे ने। जेकर जीवन दे विच रूहानीयत नहीं, सत चित आनंद स्वरूप नहीं, उन्ना चिर जो धर्म है वो पखंड बन के रह जाता है। जद के धर्म तो अंदरों बिल्कुल ही नरम कर दिंदा है, कोमल कर दिंदा है। जिस वेले धर्म की गल करिए उस वेले धन श्री गुरु तेग बहादुर महाराज जी की याद आ जाती है कि सच्चे पातशाह जी जिस धर्म के शिखर ते पहुँच चुके हैं, महाराज जी ने दूसरिਆਂ ਦੇ दुख ਨੂੰ देखते हुए अपना आप कुर्बान किया, पर दूसरे ਦੇ दुख ਨੂੰ ਵੇਖ के आप खुशी नहीं मनाई। धर्मी बंदे की यही निशानी है। धर्मी बंदा जिस वेले देखता है कि संसार के उत्ते कोई आफत आन पई, भावें वो फ्लड होवे, भावें वो किसी प्रकार की महामारी बीमारी होवे, भावें किसी प्रकार की विपता होवे, तो गुरु का सिख की करदा है, अरदास करन तो पहला अपने गुरु की बाणी नूं जपदा है, फिर अरदास करदा है, हे सच्चे पातशाह अपने वास्ते सारी सृष्टि कुछ ना कुछ करती पई है, पर तू ऐसी साडे ते बख्शिश कीती है, तेरे भाणे सरबत दा भला। इस करके गुरु महाराज जी का यह हुक्म भी सी कि सिख अपने वास्ते श्री जपजी साहिब के पाठ अलहदा करे, परिवार की चढ़ती कला वास्ते श्री जपजी साहिब जी के पाठ अलहदा करे, ते पंथ की चढ़ती कला वास्ते सारी सृष्टि वास्ते श्री जपजी साहिब जी के पाठ अलहदा करे। असी कहिए कि देखो जी
ਵੱਖੋ ਵੱਖਰੇ ਪਾਠ ਕਰਨੇ ਕੀ ਇਹ ਜਾਇਜ਼ ਹੈ? ਕੀ ਲੋੜ ਹੈ? ਕਿਸੇ ਢੰਗ ਦੇ ਨਾਲ ਗੁਰੂ ਕੇ ਸ਼ਬਦ ਨਾਲ ਜੁੜਿਆ ਜਾਵੇ, ਭਾਵੇਂ ਬਹਾਨਾ ਕੋਈ ਵੀ ਹੋਵੇ। ਅਸੀਂ ਦਮਦਮੀ ਟਕਸਾਲ ਦੇ ਵਿੱਚ ਸੁਣਦੇ ਸਾਂ, ਬਾਬਾ ਠਾਕੁਰ ਸਿੰਘ ਜੀ ਬਚਨ ਕਰਦੇ ਸਨ, ਭਾਈ ਪ੍ਰਸ਼ਾਦਾ ਛਕਣ ਲੱਗੇ ਹੋ, ਇਸ ਪ੍ਰਸ਼ਾਦੇ ਦੇ ਬੜੇ ਵੱਡੇ ਵੱਡੇ ਦੰਦ ਹਨ, ਸਰਬਲੋਹ ਦੇ ਦੰਦ ਨੇ, ਤੇ ਪ੍ਰਸ਼ਾਦਾ ਛਕਣ ਤੋਂ ਬਾਅਦ ਘੱਟੋ ਘੱਟ 2 ਪਾਠ ਸ਼੍ਰੀ ਜਪਜੀ ਸਾਹਿਬ ਜੀ ਦੇ ਜ਼ਰੂਰ ਕਰਿਓ। ਜੇ ਕਿਸੇ ਥਾਂ ਦੇ ਉੱਤੇ ਤੁਸਾਂ ਨੇ ਪ੍ਰਸ਼ਾਦਾ ਛਕਿਆ, 5 ਪਾਠ ਸ਼੍ਰੀ ਜਪਜੀ ਸਾਹਿਬ ਜੀ ਦੇ ਜ਼ਰੂਰ ਕਰਿਓ। ਤੇ ਕਈ ਸਿੰਘਾਂ ਨੇ ਪਾਠ ਕਰਨੇ ਵੀ ਨਾ, ਤੇ ਜਦੋਂ ਪਰਤ ਕੇ ਉਹਦਾ ਰਿਜ਼ਲਟ ਆਉਣਾ ਤੇ ਉਹਨਾਂ ਦੀਆਂ ਲੱਤਾਂ ਦੀਆਂ ਆਂਦਰਾਂ ਨਪੀੜੀਆਂ ਜਾਣੀਆਂ, ਜੋ ਉਹਨਾਂ ਦੀਆਂ ਵੇਨਸ ਹੁੰਦੀਆਂ ਨੇ ਉਹ ਨੀਲੀਆਂ ਹੋ ਜਾਣੀਆਂ, ਤੁਰਿਆ ਨਾ ਜਾਣਾ, ਲੱਤਾਂ ਸੁੱਜ ਜਾਣੀਆਂ। ਜੇ ਲੱਤਾਂ ਨਾ ਸੁੱਜਣੀਆਂ ਤੇ ਫਿਰ ਬੁੱਧੀ ਮੋਟੀ ਹੋ ਜਾਣੀ, ਫਿਰ ਕੁਝ ਵੀ ਸਮਝ ਨਾ ਲੱਗਣਾ, ਨੀਂਦ ਦਾ ਜ਼ੋਰ ਜ਼ਿਆਦਾ ਪੈ ਜਾਣਾ। ਮਹਾਂਪੁਰਖਾਂ ਨੂੰ ਆਦ ਅੰਤ ਦਾ ਪਤਾ ਹੁੰਦਾ ਹੈ। ਬਾਬਾ ਜੀ ਬਚਨ ਕਰਦੇ ਨੇ, ਭਾਈ ਇਹ ਪ੍ਰਸ਼ਾਦਾ ਓਨਾ ਚਿਰ ਜ਼ਹਿਰ ਹੈ ਜਿੰਨਾ ਚਿਰ ਤੁਸੀਂ ਗੁਰੂ ਕੀ ਬਾਣੀ ਦੇ ਨਾਲ ਨਹੀਂ ਜੁੜੇ। ਧੰਨਵਾਦ ਵਜੋਂ ਪਾਠ ਕਰਨੇ ਬਣਦੇ ਨੇ। ਉਸ ਵੇਲੇ ਭਾਵੇਂ ਬਾਬਾ ਠਾਕੁਰ ਸਿੰਘ ਜੀ ਦੇ ਡਰ ਕਰਕੇ ਪਾਠ ਕੀਤੇ ਜਾਂਦੇ ਸਨ, ਪਰ ਉਹ ਡਰ ਚੰਗਾ ਸੀ। ਘੱਟੋ ਘੱਟ ਅਸੀਂ ਪਾਠ ਵੱਧ ਤੋਂ ਵੱਧ ਕਰਦੇ ਸੀ। ਤੇ ਜੇਕਰ ਅਸੀਂ ਗਿਣਤੀ ਦੀ ਗੱਲ ਕਰੀਏ ਨਾ ਜੀ, ਹੁਣ ਜਿਨ੍ਹਾਂ ਨੇ ਕਦੀ ਪਾਠ ਨਹੀਂ ਨਾ ਕਰਨਾ ਹੁੰਦਾ, ਉਹ ਇਹ ਕਹਿ ਦਿੰਦੇ ਨੇ ਰੱਬ ਦਾ ਨਾਮ ਗਿਣਤੀ ਲੈ ਕੇ ਥੋੜ੍ਹਾ ਕਰਨਾ, ਤੇ ਮਾਲਾ ਕਾਹਦੇ ਵਾਸਤੇ ਫੜਨੀ? ਮਾਲਾ ਇਸ ਕਰਕੇ ਫੜਨੀ ਕਿਉਂਕਿ ਮਨ ਦਾ ਸੁਭਾਅ ਨਹੀਂ ਬੈਠ ਕੇ ਤੇ ਪਾਠ ਕਰੇ, ਸ਼੍ਰੀ ਮੂਲ ਮੰਤਰ ਸਾਹਿਬ ਜੀ ਦਾ ਜਾਪ ਕਰੇ, ਗੁਰਮੰਤਰ ਕਰੇ। ਮਾਲਾ ਇਸ ਕਰਕੇ ਫੜਨੀ ਤਾਂ ਜੋ ਮਨ ਦੇ ਵਿੱਚ ਦ੍ਰਿੜਤਾ ਰਹੇ, ਮਨ ਚੜ੍ਹਦੀ ਕਲਾ 'ਚ ਰਹੇ ਕਿ ਘਟ ਨਾ ਹੋਵੇ। ਬਸ ਮਾਲਾ ਫੜਨ ਦਾ ਕਾਰਜ ਇਤਨਾ ਹੈ ਵੀ ਘਟਣਾ ਨਹੀਂ ਚਾਹੀਦਾ, ਵੱਧ ਭਾਵੇਂ ਜਿੰਨਾ ਮਰਜ਼ੀ ਹੋ ਜੇ। ਅਸੀਂ ਤੇ ਅੱਗੇ ਹੀ ਰੱਬ ਦੇ ਨਾਮ ਨੂੰ ਭੁੱਲੀ ਬੈਠੇ ਹਾਂ, ਤੇ ਜਿਸ ਵੇਲੇ ਸਾਡੇ ਕੰਨਾਂ ਵਿੱਚ ਸੋਈ ਪੈਂਦੀ ਹੈ ਨਾ ਜੀ ਕਿ ਰੱਬ ਨੂੰ ਮਹਿਸੂਸ ਕਰੋ, ਰੱਬ ਆਪੇ ਹੀ ਮਿਲਦਾ ਹੈ, ਰੱਬ ਵਾਸਤੇ ਕੋਈ ਉਦਮ ਦੀ ਲੋੜ ਨਹੀਂ। ਤੇ ਫਿਰ ਸੱਚੇ ਪਾਤਸ਼ਾਹ ਜੀ ਨੇ ਜੋਗੀਆਂ ਨੂੰ ਕਿਉਂ ਸ਼ਬਦ ਕਹੇ, ਮੁੰਦਾ ਸੰਤੋਖ ਸਰਮ ਪਤ ਝੋਲੀ। ਸਰਮ ਕਹਿੰਦੇ ਨੇ ਮਿਹਨਤ ਨੂੰ, ਮਹਾਰਾਜ ਜੀ ਕਹਿੰਦੇ ਨੇ ਪਹੁੰਚਣਾ ਹੈ ਰੱਬ ਤੱਕ ਜੋਗੀਓ, ਮਿਹਨਤ ਤੁਸੀਂ ਕਰਦੇ ਕੋਈ ਨਹੀਂ, ਭੰਗ ਪੀ ਕੇ ਹੋਰ ਨਸ਼ਾ ਕਰਕੇ ਬੈਠੇ ਰਹਿੰਦੇ ਹੋ, ਦਿਮਾਗ ਤੁਹਾਡਾ ਸੁੰਨ ਹੋ ਜਾਂਦਾ ਹੈ, ਤੁਸੀਂ ਕਹਿੰਦੇ ਹੋ ਸੁੰਨ ਸਮਾਧੀ ਲੱਗ ਗਈ। ਜਦੋਂ ਸੁੰਨ ਸਮਾਧੀ ਲੱਗਦੀ ਹੈ ਨਾ, ਉਸ ਵੇਲੇ ਇਹ ਜੋਗੀਓ ਸਾਰੀ ਜ਼ਿੰਦਗੀ ਫਿਰ ਸੁੰਨ ਸਮਾਧੀ ਖੁੱਲ੍ਹਦੀ ਨਹੀਂ। ਭਾਵੇਂ ਸਰੀਰ ਦੁਫਾੜ ਕਰ ਦਿਓ, ਭਾਵੇਂ ਸਰੀਰ ਟੁਕੜੇ ਟੁਕੜੇ ਕਰ ਦਿਓ, ਭਾਵੇਂ ਸਰੀਰ ਨੂੰ ਤੱਤੀ ਤਵੀ 'ਤੇ ਬਿਠਾ ਦਿਓ, ਸਰੀਰ ਨੂੰ ਗਰਮੀ ਸਰਦੀ ਦਾ ਅਹਿਸਾਸ ਹੀ ਖਤਮ ਹੋ ਜਾਂਦਾ ਹੈ ਜਦੋਂ ਸੁੰਨ ਸਮਾਧੀ ਲੱਗਦੀ ਹੈ। ਇਸ ਕਰਕੇ ਜਦੋਂ ਸਾਡੇ ਕੰਨ ਇਹ ਸੁਣਨ, ਕੋਈ ਬੰਦਾ ਇਹ ਕਹੇ ਕਿ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀ ਕਰਨੇ ਜੀ, ਜਿਹੜੇ ਕਰਦੇ ਨੇ ਉਹਨਾਂ 'ਤੇ ਕਿਹੜਾ ਅਸਰ ਹੋ ਗਿਆ ਹੈ, ਤੇ ਉਸੇ ਵੇਲੇ ਕੰਨਾਂ ਦੇ ਵਿੱਚ ਰੂੰ ਦੇ ਦਿਓ, ਕੰਨਾਂ ਦੇ ਵਿੱਚ ਉਂਗਲੀਆਂ ਦੇ ਦਿਓ, ਕਿਉਂਕਿ ਜਿਹੜਾ ਬੰਦਾ ਇਹ ਸ਼ਬਦ ਕਹੇਗਾ ਜ਼ਰੂਰ ਟੁੱਟਿਆ ਹੋਏਗਾ। ਟੁੱਟਿਆ ਹੋਇਆ ਹੀ ਇਹ ਬੋਲ ਸਕਦਾ ਹੈ, ਨਹੀਂ ਤਾਂ ਸੱਚੇ ਪਾਤਸ਼ਾਹ ਜੀ ਦਾ ਬਚਨ ਅਸੀਂ ਫਿਰ ਸਾਹਮਣੇ ਰੱਖੀਏ ਕਿ ਇਹੋ ਜਿਹੇ ਬੰਦਿਆਂ ਦੇ ਬਚਨ ਸਾਹਮਣੇ ਰੱਖੀਏ। ਮਹਾਰਾਜ ਜੀ ਫਰਮਾਉਂਦੇ ਨੇ, ਗਾਵੋ ਸੱਚੀ ਬਾਣੀ, ਪਰਮੇਸ਼ਵਰ ਦੀ ਸਿਫਤ ਸਲਾਹ ਨੂੰ ਬਾਰ-ਬਾਰ ਗਾਵੋ। ਤੇ ਇਹ ਵੀ ਸ਼ਬਦ ਨਹੀਂ ਕਹੇ ਕਿ ਭਾਈ ਤੁਸੀਂ ਨਾ ਅੱਧਾ ਕੁ ਮਿੰਟ ਗਾਓ, 1 ਮਿੰਟ ਗਾਓ, ਆਖਿਆ ਵੀ 24 ਘੰਟੇ ਸਿਫਤ ਕਰੀ ਜਾਓ, ਕਿਉਂਕਿ ਇਸ ਤੋਂ ਇਲਾਵਾ ਸਾਡੇ ਕੋਲ ਦੂਜਾ ਆਪਸ਼ਨ ਹੈ ਹੀ ਨਹੀਂ। ਤੇ ਸੱਚੇ ਪਾਤਸ਼ਾਹ ਜੀ ਜੋਗੀਆਂ ਨੂੰ ਕਹਿੰਦੇ ਨੇ, ਜਿਸ ਵੇਲੇ ਤੁਹਾਡੇ ਅੰਦਰ ਸ਼ੁਭ ਗੁਣ ਪ੍ਰਗਟ ਹੋਣਗੇ ਜੋਗੀਓ, ਉਸ ਵੇਲੇ ਤੁਸੀਂ ਅਸਲ ਵਿੱਚ ਜੋਗੀ ਬਣੋਗੇ। ਤੇ ਜੋਗੀ ਦਾ ਅਰਥ ਹੁੰਦਾ ਹੈ ਜੋ ਜੁੜ ਜਾਏ। ਤੇ ਜੋਗ
ਜਦੋਂ ਅਸੀਂ ਗ੍ਰੰਥਾਂ ਦੇ ਵਿੱਚ ਦੇਖਦੇ ਹਾਂ, ਉਹਦੇ ਵਿੱਚ ਲਿਖਿਆ 84 ਆਸਣ ਨੇ। ਵੱਖੋ ਵੱਖਰਾ ਆਸਣ ਲਾਓ, ਉਹਦਾ ਵੱਖੋ ਵੱਖਰਾ ਫਾਇਦਾ ਹੈ। ਅਤੇ ਮਹਾਰਾਜ ਜੀ ਨੇ ਜਿਸ ਵੇਲੇ ਵਿਚਾਰ ਚਰਚਾ ਕੀਤੀ ਅਤੇ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਬਚਨ ਕੀਤਾ, ਭਾਈ ਗੱਲਾਂ ਬਾਤਾਂ ਦੇ ਨਾਲ ਯੋਗ ਦੀ ਪ੍ਰਾਪਤੀ ਨਹੀਂ ਹੁੰਦੀ। ਇੱਥੇ ਤੇ ਗਲੇ ਨੂੰ ਤਲਵਾਰ ਦੀ ਧਾਰ 'ਤੇ ਰੱਖਣਾ ਪੈਂਦਾ ਹੈ। ਗੁਰੂ ਦਾ ਬਚਨ ਮੰਨਣਾ ਆਪਣੇ ਗਲੇ ਨੂੰ ਤਲਵਾਰ ਦੀ ਧਾਰ 'ਤੇ ਰੱਖਣ ਵਾਲੀ ਗੱਲ ਹੈ। ਅਸੀਂ ਆਪਣੀ ਮਰਜ਼ੀ ਨਹੀਂ ਕਰ ਸਕਦੇ। ਇਸੇ ਕਰਕੇ ਅਸੀਂ ਆਪਣੇ ਆਪ ਨੂੰ ਬਚਾ ਕੇ ਰੱਖਦੇ ਹਾਂ, ਬਚਾ ਕੇ। ਸਾਡੇ ਕੋਲ ਐਕਸਕਿਊਜ਼ ਬਹੁਤ ਹਨ, ਪਰ ਐਕਸਕਿਊਜ਼ ਗੁਰੂ ਮਹਾਰਾਜ ਜੀ ਦੇ ਅੱਗੇ ਨਹੀਂ ਚੱਲਣਗੇ। ਸੰਸਾਰੀ ਲੋਕਾਂ ਦੇ ਸਾਹਮਣੇ ਦੇ ਭਾਵੇਂ ਚੱਲ ਜਾਣ ਜੀ। ਸੱਚੇ ਪਾਤਸ਼ਾਹ ਜੀ ਦੀ ਜੋ ਅਸਾਂ ਨੇ ਹੁਣੇ 32ਵੀਂ ਪੌੜੀ ਸ਼ਰਵਣ ਕੀਤੀ ਸ਼੍ਰੀ ਜਪਜੀ ਸਾਹਿਬ ਜੀ ਦੀ, ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਇੱਕ ਦੂ ਜੀਬੋ, ਇਸਨੂੰ ਪ੍ਰਨਾਊਂਸ ਕਰਾਂਗੇ ਜੀਬੋ, ਨਾ ਤੇ ਜੀ ਭੋ ਕਹਿਣਾ ਨਾ ਜੀਬੋ ਕਹਿਣਾ। ਇਸਨੂੰ ਇੱਕੇ ਦਮ ਪੜਾਂਗੇ। ਜੇ ਇੱਕੇ ਦਮ ਨਾ ਪੜਿਆ ਇਹਦੀ ਕਲੈਰਿਟੀ ਨਹੀਂ ਆਏਗੀ, ਕਲੀਅਰ ਨਹੀਂ ਹੋਏਗਾ। ਇੱਕ ਦੂ ਜੀਬੋ ਲੱਖ ਹੋਏ, ਲੱਖ ਹੋਵਹਿ ਲੱਖ ਵੀਸ। ਦਾਸ ਫਿਰ ਤੋਂ ਬੇਨਤੀ ਕਰੇ, ਇਸਨੂੰ ਲੱਖ ਲੱਖ ਨਹੀਂ ਕਹਿਣਾ, ਲੱਖ ਲੱਖ, ਲੱਖ ਖੁੱਲ੍ਹਾ ਬੋਲਾਂਗੇ। ਇੱਥੇ ਦੂ ਦਾ ਅਰਥ ਦੋ ਨਹੀਂ, ਦੂ ਦਾ ਅਰਥ ਹੈ ਇੱਕ ਤੋਂ ਵੱਧ। ਜਿਵੇਂ ਅਸੀਂ ਬਾਣੀ ਵਿੱਚ ਬਚਨ ਪੜ੍ਹਦੇ ਹਾਂ ਨਾ ਜੀ, ਇੱਕ ਦੂ ਇੱਕ ਚੜ੍ਹਾਉਂਦੀ ਆ, ਕੌਣ ਜਾਣੇ ਮੇਰਾ ਨਾਉ ਜੀਓ। ਇਸੇ ਤਰ੍ਹਾਂ ਹੀ ਇੱਕ ਦੂ ਜੀਬੋ ਲੱਖ ਹੋਏ। ਮਹਾਰਾਜ ਜੀ ਬਚਨ ਕਰਦੇ ਨੇ, ਭਾਈ ਤੂੰ ਇਤਨਾ ਕੁ ਸਿਮਰਨ ਕਰ, ਇਤਨੀ ਕੁ ਬੰਦਗੀ ਕਰ ਜੋ ਤੈਨੂੰ ਪਰਮੇਸ਼ਵਰ ਨੇ ਰਸਨਾ ਦਿੱਤੀ ਹੈ ਨਾ। ਇਹ ਇਸ ਕਰਕੇ ਦਿੱਤੀ ਹੈ ਤਾਂ ਜੋ ਤੂੰ ਇਸ ਰਸਨਾ ਦਾ ਯੂਜ਼ ਕਰ ਕਰਕੇ, ਇਸ ਨੂੰ ਵਰਤ ਕੇ ਤੂੰ ਪਰਮਾਤਮਾ ਦੇ ਘਰ ਤੱਕ ਪਹੁੰਚ ਸਕੇ, ਨੇੜੇ ਹੋ ਸਕੇ। ਇੱਕ ਦੂ ਜੀਬੋ ਲੱਖ ਹੋਏ। ਜੇ ਇੱਕ ਜੀਭ ਤੋਂ ਤੇਰੀਆਂ ਲੱਖਾਂ ਜੀਭਾਂ ਹੋ ਜਾਣ, ਲੱਖਾਂ ਰਸਨਾ ਹੋ ਜਾਣ। ਲੱਖ ਹੋਵੈ ਲੱਖ ਵੀਸ। ਤੇ ਅੱਗੇ ਕਹਿਣ ਲੱਗੇ, ਲੱਖਾਂ ਜੀਭਾਂ ਤੋਂ 20 ਲੱਖ ਜੀਭਾਂ ਬਣ ਜਾਣ। ਫਿਰ ਤੋਂ ਦਾਸ ਰਿਪੀਟ ਕਰੇ, ਇੱਕ ਦੂ ਜੀਬੋ ਲੱਖ ਹੋਏ, ਲੱਖ ਹੋਵੈ ਲੱਖ ਵੀਸ। ਇੱਕ ਜੀਭ ਤੋਂ, ਇੱਕ ਰਸਨਾ ਤੋਂ ਲੱਖਾਂ ਜੀਭਾਂ ਹੋ ਜਾਣ ਜੀ। ਤੇ ਲੱਖਾਂ ਜੀਭਾਂ ਤੋਂ ਫਿਰ 20 ਲੱਖ ਜੀਭਾਂ ਬਣ ਜਾਣ, ਇੰਨੀ ਗਿਣਤੀ ਹੋ ਜਾਏ। ਫਿਰ ਲੱਖ ਲੱਖ ਗੇੜਾ ਆਖੀਐ। ਫਿਰ ਅਸੀਂ 20 ਲੱਖ ਜੀਭਾਂ ਦੀ ਜੋ ਗਿਣਤੀ ਹੋ ਚੁੱਕੀ ਹੈ, ਉਹ ਅਸੀਂ 20 ਲੱਖ ਜੀਭਾਂ ਦੇ ਨਾਲ ਇੱਕ ਇੱਕ ਜੀਭ ਦੇ ਆਸਰੇ ਅਸੀਂ ਲੱਖ ਲੱਖ ਪਰਮੇਸ਼ਵਰ ਦੇ ਵੱਖੋ ਵੱਖਰੇ ਨਾਮ ਦਾ ਸਿਮਰਨ ਕਰੀਏ। ਲੱਖ ਲੱਖ ਗੇੜਾ ਆਖੀਐ ਹੈ, ਏਕ ਨਾਮ ਜਗਦੀਸ਼। ਕਹਿਣ ਲੱਗੇ, ਅਸੀਂ ਜਿਤਨੀ ਮਰਜ਼ੀ ਸਿਫਤ ਸਲਾਹ ਕਰੀਏ, ਜਿਤਨਾ ਮਰਜ਼ੀ ਉਦਮ ਕਰੀਏ, ਤਾਂ ਵੀ ਪਰਮੇਸ਼ਵਰ ਦਾ ਜੋ ਨਾਮ ਹੈ ਉਹ ਅਸੀਂ ਆਪਣੇ ਜ਼ੋਰ ਦੇ ਨਾਲ ਜਪ ਨਹੀਂ ਸਕਦੇ। ਸਾਡੇ ਵਿੱਚ ਜ਼ੋਰ ਹੈ ਹੀ ਕੋਈ ਨਹੀਂ। ਅਸਾਂ ਜ਼ੋਰ ਨਾਹੀਂ ਜੇ ਕਿਛ ਕਰ ਹਮ ਸਾਕੈ। ਸਾਡੇ ਵਿੱਚ ਜ਼ੋਰ ਹੈ ਹੀ ਕੋਈ ਨਹੀਂ ਜੀ। ਜੇ ਸਿਮਰਨ ਹੋ ਰਿਹਾ ਤੇ ਇਹ ਮੇਰਾ ਮਾਲਕ ਕਰਾ ਰਿਹਾ, ਮੇਰਾ ਵਾਹਿਗੁਰੂ ਕਰਾ ਰਿਹਾ। ਮਹਾਰਾਜ ਜੀ ਕਹਿੰਦੇ ਨੇ, ਇਸ ਢੰਗ ਦੇ ਨਾਲ ਇੱਕ ਪਰਮੇਸ਼ਵਰ ਨੂੰ ਬਾਰ-ਬਾਰ ਲੱਖਾਂ ਵਾਰ ਜਪ ਕੇ ਵੀ ਅੰਦਰ ਅਹਿਸਾਸ ਹੁੰਦਾ ਹੈ ਅਜੇ ਜਪਿਆ ਨਹੀਂ ਗਿਆ। ਇਹ ਅਭਿਆਸੀਆਂ ਨੂੰ ਪਤਾ ਲੱਗੇਗਾ। ਜਦੋਂ ਆਪਾਂ ਅਭਿਆਸ ਵਿੱਚ ਜੁੜਾਂਗੇ, ਉਦੋਂ ਮਨੁੱਖ ਦੀ ਅੰਦਰ ਦੀ ਇੱਕ ਅਵਸਥਾ ਜਾਗਰਤ ਹੁੰਦੀ ਹੈ ਤੇ ਮਨੁੱਖ ਕਹਿੰਦਾ ਹੈ, ਮਨੁੱਖ ਉਸ ਵੇਲੇ ਖੁਦ ਦੇਖਦਾ ਹੈ ਆਪਣੇ ਅੰਦਰ,
ਆਪਣੇ ਅੰਦਰ ਝਾਤ ਮਾਰਦਾ, ਫਿਰ ਮਹਿਸੂਸ ਹੁੰਦਾ ਹੈ ਕਿ ਇਹ ਜੋ ਸਿਮਰਨ ਹੋ ਰਿਹਾ ਸੀ, ਕੀਤਾ ਗਿਆ ਸੀ, ਇਹ ਮੈਂ ਨਹੀਂ ਕੀਤਾ, ਇਹ ਕੋਈ ਅਨਾਦਿ ਸ਼ਕਤੀ, ਕੋਈ ਬਹੁਤ ਵੱਡੀ ਪ੍ਰਚੰਡ ਸ਼ਕਤੀ ਮੇਰੇ ਅੰਦਰ ਵਰਤ ਰਹੀ ਸੀ ਤੇ ਤਾਂ ਇਹ ਸਿਮਰਨ ਹੋ ਰਿਹਾ ਸੀ, ਨਹੀਂ ਤੇ ਮੈਂ ਤਾਂ ਸਿਮਰਨ ਕਰ ਹੀ ਨਹੀਂ ਸਕਦਾ, ਮੈਂ ਤਾਂ ਪਾਠ ਕਰ ਹੀ ਨਹੀਂ ਸਕਦਾ। ਹੁਣ ਇਹਦਾ ਅਰਥ ਇਹ ਨਾ ਸਮਝੀਏ ਕਿ ਪਹਿਲਾਂ ਅਸੀਂ ਸ਼ਕਤੀ ਦਾ ਇੰਤਜ਼ਾਰ ਕਰੀਏ। ਸਾਡੇ ਵਿੱਚ ਜੋ ਸਾਹ ਪਰਮੇਸ਼ਵਰ ਜੀ ਨੇ ਦਿੱਤੇ, ਜੋ ਸਾਡੇ ਸਰੀਰ ਦੇ ਵਿੱਚ ਬਲੱਡ ਸਰਕੂਲੇਟ ਕਰਦਾ ਪਿਆ, ਅਸੀਂ ਬੋਲ ਸਕਦੇ ਹਾਂ, ਅਸੀਂ ਸੁਣ ਸਕਦੇ ਹਾਂ, ਅਸੀਂ ਤੁਰ ਸਕਦੇ ਹਾਂ, ਇਹਦਾ ਮਤਲਬ ਇਹ ਹੈ ਅਸੀਂ ਬੰਦਗੀ ਕਰ ਸਕਦੇ ਹਾਂ। ਤੇ ਜੇਕਰ ਅਸੀਂ ਬੰਦਗੀ ਨਾ ਕਰ ਸਕਦੇ ਹੁੰਦੇ ਤੇ ਫਿਰ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਬਚਨ ਨਹੀਂ ਸੀ ਕਰਨਾ, ਬੰਦਗੀ ਇਖਤਿਆਰ ਸਾਹਿਬ ਰੋਸ ਧਰੋ ਕੇ ਪਿਆਰ। ਬੰਦਗੀ ਕਰ ਕਰਕੇ ਇੱਕ ਸਟੇਜ ਆਉਂਦੀ ਹੈ, ਜਿਸ ਸਟੇਜ ਤੇ ਪਹੁੰਚ ਕੇ ਮਨੁੱਖ ਇਤਨਾ ਕੁ ਹੰਬਲ ਹੋ ਜਾਂਦਾ ਹੈ, ਅੰਦਰ ਸੰਤੋਖ, ਅੰਦਰ ਕੰਟੈਂਟਮੈਂਟ ਇਤਨਾ ਕੁ ਆ ਜਾਂਦਾ ਹੈ, ਫਿਰ ਪਤਾ ਲੱਗਦਾ ਹੈ ਕਿ ਮੈਂ ਤਾਂ ਐਵੇਂ ਹੀ ਭਰਮ ਦੇ ਵਿੱਚ ਪਿਆ ਰਿਹਾ ਕਿ ਮੈਂ ਕੁਝ ਕਰਾਂਗਾ। ਜਿਉਂ ਮੈਂ ਪੈਦਾ ਹੋਇਆ ਹਾਂ, ਕਰਦਾ ਸਾਰਾ ਕੁਝ ਹੀ ਪ੍ਰਮਾਤਮਾ ਹੈ। ਅਸੀਂ ਐਵੇਂ ਆਪਣੇ ਟੈਗ ਲਾ ਦਿੰਦੇ ਹਾਂ ਜੀ। ਜਿਸ ਤਰ੍ਹਾਂ ਹੁਣ ਅਸੀਂ ਦੇਖ ਰਹੇ ਹਾਂ, ਅੱਖਾਂ ਨੂੰ ਅਸੀਂ ਬਲਿੰਕ ਕਰਦੇ ਪਏ ਹਾਂ, ਬਲਿੰਕ ਕੌਣ ਕਰਾ ਰਿਹਾ ਹੈ? ਪ੍ਰਮਾਤਮਾ ਹੀ ਕਰਾ ਰਿਹਾ। ਅਸੀਂ ਹੁਣ ਹੱਥ ਵਿੱਚ ਰਿਮੋਟ ਤੇ ਫੜਿਆ ਕੋਈ ਨਹੀਂ ਕਿ ਬਟਨ ਦੱਬਾਂਗੇ ਤੇ ਅੱਖਾਂ ਨੂੰ ਬਲਿੰਕ ਕਰ ਲਈਏ, ਨਹੀਂ ਤਾਂ ਅੱਖਾਂ ਦਾ ਜਿਹੜਾ ਲਿਕੁਇਡ ਆ ਜਾਂ ਅੱਖਾਂ ਦਾ ਤਰਲ ਪਦਾਰਥ ਆ, ਕਿਤੇ ਅੱਖਾਂ ਡਰਾਈ ਨਾ ਹੋ ਜਾਣ। ਸਾਰਾ ਕੁਝ ਪਰਮੇਸ਼ਵਰ ਕਰਦਾ ਹੈ, ਪਰ ਅਜੇ ਅਸੀਂ ਹਨੇਰੇ ਵਿੱਚ ਬੈਠੇ ਹਾਂ। ਜਦੋਂ ਬੰਦਾ ਹਨੇਰੇ 'ਚ ਬੈਠਦਾ ਹੈ, ਬੰਦੇ ਨੂੰ ਲੱਗਦਾ ਹੈ ਮੈਂ ਕੁਝ ਕਰਦਾ ਹਾਂ, ਹਨੇਰੇ ਕਰਕੇ ਲੱਗਦਾ ਹੈ। ਨਹੀਂ ਤਾਂ ਜਿਸ ਬੰਦੇ ਦੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ, ਉਹ ਫਿਰ ਕਹਿ ਦਿੰਦਾ ਹੈ ਕਿ ਦਾਤਿਆ ਸਾਰਾ ਕੁਝ ਤੂੰ ਹੀ ਕਰਦਾ। ਫਿਰ ਉਹ ਕਹਿੰਦਾ ਹੈ ਰੰਗ ਰੱਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ। ਫਿਰ ਅੱਗੇ ਕਹਿੰਦਾ ਹੈ ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ, ਆਪੇ ਜਾਲ ਮਣਕੜਾ, ਆਪੇ ਵਿੱਚ ਸੇਵਾ। ਆਪੇ ਹੀ ਹੈ ਸਾਰਾ ਕੁਛ। ਪਰ ਇਸ ਆਪੇ ਤੱਕ ਪਹੁੰਚਣ ਵਾਸਤੇ ਗੁਰੂ ਮਹਾਰਾਜ ਜੀ ਦੇ ਅੱਗੇ ਤਰਲੇ ਕਰਨੇ ਪੈਂਦੇ ਨੇ। ਤੇ ਤਰਲੇ ਕਿੱਦਾਂ ਦੇ ਕਰਨੇ ਪੈਂਦੇ ਨੇ? ਗੁਰੂ ਮਹਾਰਾਜ ਜੀ ਦਾ ਬਚਨ ਮੰਨ ਕੇ ਜਿਸ ਵੇਲੇ ਸਾਡੇ ਵੱਸ ਦੀ ਗੱਲ ਨਾ ਹੋਵੇ, ਉਦੋਂ ਫਿਰ ਅਰਦਾਸ ਕਰਨੀ ਪੈਂਦੀ ਹੈ ਕਿ ਦਾਤਿਆ ਹੁਣ ਸਾਡੀ ਝੋਲੀ 'ਚ ਖੈਰ ਪਾ, ਸਾਡੇ ਅੰਦਰ ਵੀ ਸੰਤੋਖ ਬਖਸ਼, ਸਾਡੇ ਅੰਦਰ ਵੀ ਕਿਰਪਾ ਬਖਸ਼। ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਭਾਈ ਨਾਮ ਸਿਮਰਨ ਤੋਂ ਬਿਨਾਂ ਇਹ ਜੋ ਜੀਵਨ ਹੈ ਇਹ ਕਿਸੇ ਅਰਥ ਨਹੀਂ। ਪਰ ਜਿਸ ਵੇਲੇ ਸਿਮਰਨ ਕਰਦੇ ਅਵਸਥਾ ਉੱਚੀ ਹੁੰਦੀ ਹੈ, ਫਿਰ ਅੰਦਰ ਬੜਾ ਖਿੜਾਓ ਪੈਦਾ ਹੁੰਦਾ ਹੈ। ਸਤ ਸੁਹਾਣ ਸਦਾ ਮਨ ਚਾਓ, ਅੰਦਰ ਇੱਕ ਸ਼ੋਭਨੀਕ ਅਵਸਥਾ ਬਣਦੀ ਹੈ, ਜਿਸ ਅਵਸਥਾ ਦੇ ਵਿੱਚ ਮਨੁੱਖ ਦਾ ਟਿਕਾਓ ਇਤਨਾ ਕੁ ਵੱਧ ਜਾਂਦਾ ਹੈ। ਫਿਰ ਗੋਲੀ ਵੀ ਸਾਡੇ ਵੱਲ ਆਉਂਦੀ ਹੋਵੇ ਤੇ ਉਹ ਵੀ ਇੰਝ ਮਹਿਸੂਸ ਹੁੰਦੀ ਹੈ ਕਿ ਬਹੁਤ ਸਹਿਜ ਅਵਸਥਾ 'ਚ ਆਉਂਦੀ ਪਈ ਹੈ, ਕਿਉਂਕਿ ਸੁਰਤ 'ਚ ਟਿਕਾਓ ਇਤਨਾ ਆ ਗਿਆ। ਕੋਈ ਵੀ ਤੇਜ਼ੀ ਨਾਲ ਦੌੜ ਰਹੀ ਚੀਜ਼ ਇੰਝ ਮਹਿਸੂਸ ਹੁੰਦੀ ਹੈ ਬਹੁਤ ਸਲੋ ਆ ਰਹੀ ਹੈ। ਹਰ ਇੱਕ ਚੀਜ਼ ਨਾਲ ਅਸੀਂ ਕਨੈਕਟ ਹੋ ਜਾਂਦੇ ਹਾਂ। ਫਿਰ ਸਾਨੂੰ ਸਭ ਦੁਨੀਆ ਸੁਭਾਨ ਸੱਚ ਸਮਾਈ ਹੈ, ਫਿਰ ਸਾਨੂੰ ਸਾਰੀ ਦੁਨੀਆ ਸੋਹਣੀ ਲੱਗਣ ਲੱਗ ਪੈਂਦੀ ਹੈ। ਸਭ ਦੁਨੀਆ ਸੁਭਾਨ ਸੱਚ ਸਮਾਈ ਹੈ। ਸੋਹਣੀ ਲੱਗਣ ਦਾ ਅਰਥ ਇਹ ਹੈ ਕਿ ਜਿਹਨੂੰ ਵੇਖ ਕੇ ਕਦੀ ਵਾਸ਼ਨਾ ਪੈਦਾ ਹੀ ਨਾ ਹੋਵੇ, ਕਿਉਂਕਿ ਸੱਚ ਦੇ ਵਿੱਚ ਅਸੀਂ ਸਮਾ ਗਏ। ਅਸੀਂ ਹੁਣ ਸਾਰੀ ਸ੍ਰਿਸ਼ਟੀ ਨੂੰ ਆਪਣਾ ਪਰਿਵਾਰ ਸਮਝ ਲਿਆ। ਹੁਣ ਆਪਣੀ ਧੀ ਨੂੰ, ਆਪਣੀ ਭੈਣ ਨੂੰ ਦੇਖ ਕੇ ਵਾਸ਼ਨਾ ਕਿੱਥੋਂ ਪੈਦਾ ਹੋਵੇ ਜੀ? ਸਰੀਰਾਂ ਨੂੰ ਵੇਖ ਕੇ ਕਦੀ ਵਾਸ਼ਨਾ ਨਹੀਂ ਪੈਦਾ ਹੁੰਦੀ। ਵਾਸ਼ਨਾ ਵੀ ਮਨੁੱਖ ਦੀ ਮਨ ਦੀ ਬਿਰਤੀ ਹੈ, ਟਿਕਾਓ ਵੀ ਮਨ ਦੀ ਬਿਰਤੀ ਹੈ। ਹਰ ਇੱਕ ਚੀਜ਼ ਮਨੁੱਖ ਦੇ ਅੰਦਰ ਘਟਤ ਹੁੰਦੀ ਹੈ, ਫਿਰ ਬਾਅਦ ਵਿੱਚ ਅਸੀਂ ਐਕਸ਼ਨ ਹੀ ਦੇਖਦੇ ਹਾਂ। ਪਹਿਲਾਂ ਖੇਡ ਮਨ ਦੇ ਉੱਤੇ ਸ਼ੁਰੂ ਹੁੰਦੀ ਹੈ। ਮਨ ਜੜ ਹੈ ਤੇ ਸਰੀਰਕ ਤੌਰ ਦੇ ਉੱਤੇ
ਜਿਸ ਤਰ੍ਹਾਂ ਅਸੀਂ ਦਰਖਤਾਂ ਦੇ ਪੱਤੇ ਦੇਖਦੇ ਹਾਂ ਜਾਂ ਫਿਰ ਫਰੂਟ ਦੇਖਦੇ ਹਾਂ ਜਾਂ ਫਿਰ ਫੁੱਲ ਦੇਖਦੇ ਹਾਂ, ਸਰੀਰ ਦੁਆਰਾ ਕੀਤੀ ਹੋਈ ਐਕਟੀਵਿਟੀ ਪੱਤੇ ਫੁੱਲ ਫਲ ਹੀ ਸਮਝੋ ਜੀ, ਟਾਹਣੀਆਂ ਹੀ ਸਮਝੋ। ਇਸ ਕਰਕੇ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਗੁਰੂ ਕੇ ਸ਼ਬਦ ਨੂੰ ਜਪ ਜਪ ਕੇ ਤੇਰੇ ਅੰਦਰ ਪਾਪਾਂ ਦੀਆਂ ਜੜ੍ਹਾਂ ਦਾ ਖਾਤਮਾ ਹੋਏਗਾ। ਤੂੰ ਅੰਦਰੋਂ ਪਵਿੱਤਰ ਹੋ ਜਾਏ, ਤੈਨੂੰ ਲੋਕਾਂ ਨੂੰ ਦਿਖਾਉਣ ਦੀ ਲੋੜ ਨਹੀਂ ਕਿ ਮੈਂ ਚੰਗਾ ਹੋ ਗਿਆ ਹਾਂ, ਕਿਉਂਕਿ ਲੋਕਾਂ ਨੇ ਤੈਨੂੰ ਚੰਗਾ ਕਹਿਣਾ ਹੀ ਕੋਈ ਨਹੀਂ। ਤੂੰ 99 ਗੁਣ ਕਿਸੇ ਦੇ 99 ਪਰਉਪਕਾਰ ਕੀਤੇ, ਜੇ ਇੱਕ ਤੇਰੇ ਕੋਲੋਂ ਪਰਉਪਕਾਰ ਨਾ ਹੋਇਆ ਮਜਬੂਰੀ ਵਸ, ਤੇ ਤੈਨੂੰ ਉਹਨਾਂ ਲੋਕਾਂ ਨੇ ਹੀ ਭੰਡਣਾ ਜਿਨ੍ਹਾਂ ਲੋਕਾਂ ਨੇ ਤੇਰੀ ਸਿਫਤ ਦੇ ਵੱਡੇ ਵੱਡੇ ਪਲੰਦੇ ਬੰਨੇ ਸੀ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਭਾਈ ਇੱਕ ਪਰਮੇਸ਼ਵਰ ਦਾ ਨਾਮ ਜਪ ਜਪ ਕੇ ਰੱਬ ਤੱਕ ਪਹੁੰਚਣਾ ਹੈ। ਤੇ ਬਾਣੀ ਵਿੱਚ ਅਸੀਂ ਬਚਨ ਪੜ੍ਹਦੇ ਹਾਂ, ਰਸਨਾ ਜਪੀਐ ਏਕ ਨਾਮ, ਈਹਾ ਸੁਖ ਆਨੰਦ ਘਣਾ, ਆਗੈ ਜੀਅ ਕੈ ਸਦ ਕਾਮ। ਇਸ ਸੰਸਾਰ ਦੇ ਵਿੱਚ ਵੀ ਉਹ ਪਰਮੇਸ਼ਵਰ ਦਾ ਨਾਮ ਬਰਕਤ ਵਰਤਾਉਂਦਾ ਹੈ, ਤੇ ਸਰੀਰ ਤਿਆਗਣ ਤੋਂ ਬਾਅਦ, ਪੰਜ ਭੂਤਕ ਚੋਲਾ ਤਿਆਗਣ ਤੋਂ ਬਾਅਦ ਵੀ ਪਰਮੇਸ਼ਵਰ ਦਾ ਨਾਮ ਇੱਕ ਪ੍ਰਕਾਸ਼ ਬਣ ਕੇ ਨਾਲ ਰਹਿੰਦਾ। ਸਾਨੂੰ ਰਸਨਾ ਤੋਂ ਜਪਣ ਦਾ ਆਦੇਸ਼ ਹੈ ਜੀ। ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਐ। ਤਿਲ ਤਿਲ ਆਪ ਜੀ ਸਮਝਦੇ ਹੋ, ਸਿਆਣੇ ਹੋ ਜੀ। ਤਿਲ ਤਿਲ ਦਾ ਅਰਥ ਹੁੰਦਾ ਛੋਟੇ ਛੋਟੇ ਟੁਕੜੇ। ਕਹਿੰਦੇ ਨੇ ਜੇ ਤੇਰੀ ਰਸਨਾ ਰੱਬ ਦਾ ਨਾਂ ਨਹੀਂ ਜਪਦੀ, ਫਿਰ ਤੂੰ ਰੱਖੀ ਕਿਉਂ ਬੈਠਾ? ਇਹ ਕੰਮ ਕਰ, ਰਸਨਾ ਫੜ, ਇੱਕੋ ਝਟਕੇ ਦੇ ਨਾਲ ਇਹਨੂੰ ਵੱਢ, ਤੇ ਇੱਕ ਪੀਸ ਦੇ ਵਿੱਚ ਨਾ ਵੱਢ, 2 ਪੀਸਾਂ ਦੇ ਵਿੱਚ ਨਾ ਵੱਢ, ਇਹਦੇ ਇਤਨੇ ਕੁ ਪੀਸ ਕਰ ਦੇ ਕਿ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਇਸ ਜ਼ਬਾਨ ਨੂੰ ਤੂੰ ਕੱਟ ਕੱਟ ਕੇ ਇੱਕ ਪਾਸੇ ਰੱਖੇ, ਤਾਂ ਜੋ ਲੋਕਾਂ ਨੂੰ ਪਤਾ ਲੱਗੇ ਜਿਸ ਜੀਵ ਨੇ ਰੱਬ ਦਾ ਨਾਮ ਹੀ ਨਹੀਂ ਜਪਣਾ, ਜਿਸ ਰਸਨਾ ਨੇ ਰੱਬ ਦਾ ਨਾਮ ਹੀ ਨਹੀਂ ਜਪਣਾ, ਉਹਦਾ ਫਾਇਦਾ ਕੀ? ਇਸ ਸੰਸਾਰ ਦੇ ਉੱਤੇ ਆਈ ਹੀ ਰੱਬ ਦਾ ਨਾਮ ਜਪਣਾ ਹੈ। ਪਰ ਹੁਣ ਇਹ ਰਸਨਾ 2 ਕਾਰਜ ਕਰਦੀ ਹੈ, ਬੋਲਦੀ ਵੀ ਹੈ, ਨਾਲ ਦੀ ਨਾਲ ਇਹ ਖੱਟਾ ਮਿੱਠਾ ਤਿੱਖਾ ਤੁਸ਼ੈਲਾ ਫਿੱਕਾ ਹਰ ਤਰ੍ਹਾਂ ਦਾ ਰਸ ਵੀ ਅਨੁਭਵ ਕਰਦੀ ਹੈ। ਮਹਾਰਾਜ ਜੀ ਬਚਨ ਕਰਦੇ ਨੇ, ਸਿਰਫ ਇਹੀ ਇੱਕ ਇੰਦਰ ਹੈ ਜੋ 2 ਕਾਰਜ ਕਰਦਾ ਹੈ। ਇਸ ਕਰਕੇ ਇਸ ਤੋਂ ਪਹਿਲਾਂ ਕਿ ਤੇਰੀ ਇਸ ਰਸਨਾ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਬੋਲ ਕਲੀਅਰ ਨਾ ਹੋਣ, ਸਪਤ ਪਾਤਾਲ ਕੀ ਬਾਣੀ, ਬੰਦਾ ਬਜ਼ੁਰਗ ਹੋ ਜਾਂਦਾ ਹੈ ਤੇ ਉਹੀ ਆਵਾਜ਼ ਜੋ ਕੜਕਦੀ ਹੁੰਦੀ ਸੀ ਬਾਅਦ ਵਿੱਚ ਉਹ 7ਵੇਂ ਪਤਾਲ 'ਚ ਆਉਂਦੀ ਹੈ। ਮਹਾਰਾਜ ਜੀ ਕਹਿੰਦੇ ਨੇ, ਇਸ ਰਸਨਾ ਤੋਂ ਤੂੰ ਲਾਹਾ ਲੈ ਲੈ, ਤੇ ਇਸ ਧਰਮ ਦੇ ਮਾਰਗ ਉੱਤੇ ਚੱਲਣ ਵਾਲਿਆ ਯਾਦ ਰੱਖੀ, ਜੋ ਇਹ ਧਰਮ ਦਾ ਮਾਰਗ ਹੈ ਨਾ, ਇਹ ਰਾਹ ਪਤਾ ਕੈਸਾ ਹੈ? ਇਸ ਰਸਤੇ ਤੇ ਤੁਰਨ ਤੋਂ ਇਲਾਵਾ ਤੇਰੇ ਕੋਲ ਕੋਈ ਦੂਜਾ ਰਸਤਾ ਹੈ ਹੀ ਨਹੀਂ। ਵਿਸ਼ੇ ਵਿਕਾਰਾਂ ਵਿੱਚ ਤੇ ਅਸੀਂ 84 ਲੱਖ ਜੂਨਾਂ ਵਿੱਚ ਭੋਗਦੇ ਰਹੇ ਹਾਂ, ਵਰਤਦੇ ਰਹੇ ਹਾਂ। ਮਹਾਰਾਜ ਜੀ ਕਹਿੰਦੇ ਨੇ, ਨਾਮ ਜਪ ਜਪ ਕੇ ਫਿਰ ਤੈਨੂੰ ਮਹਿਸੂਸ ਹੋਏਗਾ। ਕੀ ਮਹਿਸੂਸ ਹੋਏਗਾ? ਆਓ ਸ਼ਰਵਣ ਕਰੀਏ। ਏਤ ਰਾਹੇ ਪਤ ਪਵੜੀਐ, ਚੜੀਐ ਹੋਏ 21। ਏਤ ਰਾਹੇ ਪਤ ਪਵੜੀਆ, ਇਸ ਨੂੰ ਪੜਾਂਗੇ ਪਵੜੀਆ। ਚੜੀਐ ਹੋਏ 21, ਇਸ ਨੂੰ ਥੋੜਾ ਜਿਹਾ ਆਪਾਂ ਸਟ੍ਰੈਸ ਪਾ ਕੇ ਪੜਾਂਗੇ 21। ਜੋ ਪਰਮੇਸ਼ਵਰ ਦਾ ਮਾਰਗ ਹੈ, ਜਿਸ ਤਰ੍ਹਾਂ ਅਸੀਂ ਪੌੜੀਆਂ ਤੇ ਚੜ੍ਹਦੇ ਹਾਂ ਨਾ, ਇਸੇ ਤਰ੍ਹਾਂ ਪਰਮੇਸ਼ਵਰ ਦਾ ਜੋ ਮਾਰਗ ਹੈ, ਇੱਕ ਸਟੈਪ ਦੂਜੇ ਸਟੈਪ ਦੇ ਨਾਲ ਉੱਚਾ ਹੈ। ਜਦੋਂ ਵੀ ਕਿਸੇ ਦਾ ਆਪਰੇਸ਼ਨ ਹੁੰਦਾ ਹੈ ਤੇ ਡਾਕਟਰ ਪਤਾ ਕੀ ਕਹਿੰਦਾ ਹੈ? ਡਾਕਟਰ ਕਹਿੰਦਾ ਹੈ ਕਿ ਤੁਸੀਂ ਹੌਲੀ ਹੌਲੀ ਨਾ ਪੱਧਰੇ ਥਾਂ ਦੇ ਉੱਤੇ ਤੁਰ ਪਇਓ, ਥੋੜ੍ਹਾ ਥੋੜ੍ਹਾ ਅਭਿਆਸ ਕਰਿਓ ਤੁਰਨ ਦਾ, ਪਰ ਕਦੇ ਵੀ ਪੌੜੀਆਂ ਨਾ ਚੜ੍ਹਿਓ। ਪੌੜੀਆਂ ਕਿਉਂ ਨਾ ਚੜ੍ਹਿਓ? ਕਿਉਂਕਿ ਪੌੜੀਆਂ ਚੜ੍ਹਨ ਵੇਲੇ ਜ਼ੋਰ ਪੈਂਦਾ ਪੂਰੇ ਸਰੀਰ ਦਾ। ਇੱਕ ਸਟੈਪ 'ਤੇ ਅਸੀਂ ਪੈਰ ਰੱਖਿਆ, ਹੁਣ ਜਿਹੜਾ ਦੂਜਾ ਸਟੈਪ ਹੈ ਉੱਚਾ ਹੈ, ਇਸ ਕਰਕੇ ਜ਼ੋਰ ਵੱਧ ਲੱਗੇਗਾ ਉੱਪਰ ਵਾਲੇ ਸਟੈਪ 'ਤੇ ਪੈਰ ਰੱਖਣ ਵਾਸਤੇ। ਤੇ ਸਿਰਫ ਜ਼ੋਰ ਹੀ ਨਹੀਂ ਲੱਗੇਗਾ, ਧਿਆਨ ਵੀ ਪੂਰਾ ਲੱਗੇਗਾ। ਮਤਾ ਕਿਤੇ ਇੰਝ ਹੀ ਨਾ ਹੋਵੇ ਕਿ ਉੱਪਰ ਅਸੀਂ ਪੈਰ ਰੱਖੀਏ ਤੇ ਸਲੇਪੀ ਨਾ ਹੋ ਜਾਈਏ।
ਮਹਾਰਾਜ ਜੀ ਕਹਿੰਦੇ ਨੇ ਇਹ ਜੋ ਗੁਰਸਿੱਖੀ ਦਾ ਮਾਰਗ ਹੈ ਕਿ ਪੌੜੀਆਂ ਚੜ੍ਹਨ ਦੇ ਬਰਾਬਰ ਹੈ ਭਾਈ, ਇਹ ਜ਼ੋਰ ਵਾਲਾ ਮਾਰਗ ਹੈ। ਇਸੇ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਜਿਹ ਮਾਰਗ ਪੰਡਤ ਗਏ, ਪਾਛੈ ਪਰੀ ਬਹੀਰ, ਇੱਕ ਅਵਕਟ ਘਾਟੀ ਰਾਮ ਕੀ, ਤਿਹ ਚੜ ਰਹਿਓ ਕਬੀਰ। ਮੈਂ ਜਿਸ ਵੇਲੇ ਦੇਖਦਾ ਹਾਂ ਜਿੰਨੇ ਵੀ ਪੰਡਤ, ਜਿੰਨੇ ਵਿਦਵਾਨ, ਜਿੰਨੇ ਕਥਾਵਾਚਕ, ਜਿੰਨੇ ਵੀ ਸਿਆਣੇ ਸਿਆਣੇ ਬੰਦੇ ਨੇ, ਉਹ ਉਪਦੇਸ਼ ਦੇ ਰਹੇ ਨੇ ਪੱਧਰੇ ਥਾਂ ਦੇ ਉੱਤੇ, ਤੇ ਜਿਹੜੇ ਜੋ ਲੋਕ ਸੁਣਨ ਵਾਲੇ ਨੇ ਉਹ ਵੀ ਤੁਰੇ ਫਿਰਦੇ ਨੇ ਪੱਧਰੇ ਥਾਂ ਦੇ ਉੱਤੇ, ਤੇ ਮੈਂ ਇਕੱਲਾ ਹੀ ਐਸਾ ਹਾਂ ਜੋ ਕਿ ਇੱਕ ਪਹਾੜ ਦੇ ਉੱਤੇ ਚੜ੍ਹਦਾ ਪਿਆ ਹਾਂ। ਪਹਾੜ ਤੇ ਚੜ੍ਹਨ ਦਾ ਅਰਥ ਕੀ ਹੈ? ਇਹ ਤਰਾਹੇ ਪਤ ਪਵੜੀਆ, ਚੜ੍ਹੀਏ ਹੋਏ 21 ਪਹਾੜ ਚੜ੍ਹਨ ਵਾਲਾ ਕਾਰਜ ਹੈ। ਰੱਬ ਦੇ ਨਾਮ ਨੂੰ ਜਪਣਾ, ਪਰਮੇਸ਼ਵਰ ਦਾ ਸਿਮਰਨ ਕਰਨਾ, ਗੁਰੂ ਦੇ ਸ਼ਬਦ ਦੇ ਆਸਰੇ ਅਸੀਂ ਆਪਣੇ ਜੀਵਨ ਨੂੰ ਬਤੀਤ ਕਰਨਾ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਪਹਾੜ 'ਤੇ ਚੜ੍ਹਨ ਲੱਗਿਆਂ ਬਹੁਤ ਧਿਆਨ ਦੇਣਾ ਪੈਂਦਾ ਹੈ, ਬਹੁਤ ਜ਼ਿਆਦਾ ਪਕੜ ਵੱਲ ਖਿਆਲ ਕਰਨਾ ਪੈਂਦਾ ਹੈ। ਅਤੇ ਜੋ ਲੋਕ ਨੇ ਮੈਂ ਥੱਲੇ ਹੀ ਦੇਖਦਾ ਹਾਂ, ਬਸ ਸੰਸਾਰੀ ਕਰਮ ਕਾਂਡ ਕਰੀ ਜਾਂਦੇ ਨੇ, ਸੰਸਾਰ ਦੇ ਕੰਮ ਧੰਦੇ ਕਰੀ ਜਾਂਦੇ ਨੇ, ਪਰ ਮੈਂ ਇੱਕ ਐਸੀ ਘਾਟੀ 'ਤੇ ਪਹੁੰਚ ਗਿਆ, ਥੱਲੇ ਮੈਂ ਜਾ ਨਹੀਂ ਸਕਦਾ ਕਿਉਂਕਿ ਮੈਂ ਸੰਸਾਰੀ ਲੋਕਾਂ ਤੋਂ ਉੱਚਾ ਹੋ ਗਿਆ, ਵਿਸ਼ੇ ਵਿਕਾਰਾਂ ਤੋਂ ਉੱਚਾ ਹੋ ਗਿਆ, ਅੱਗੇ ਜਾਣ ਦੀ ਮੇਰੇ ਕੋਲ ਤਾਕਤ ਨਹੀਂ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਹੁਣ ਕੰਮ ਸਿਰਫ ਇੱਕੋ ਕੀਤਾ ਜਾ ਸਕਦਾ ਹੈ, ਕਬੀਰ ਕੇਸੋ ਕੇਸੋ ਕੂਕੀਐ, ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਨੇ, ਕਬਹੂ ਕੈ ਸੁਨੈ ਪੁਕਾਰ। ਫਿਰ ਉਹ ਕਹਿੰਦੇ ਨੇ ਕਿ ਮੈਂ ਸਿਮਰਨ ਕਰ ਕਰਕੇ ਹੁਣ ਥੱਕ ਗਿਆ, ਹੁਣ ਉੱਪਰ ਭੁਜਾ ਕਰ, ਮੈਂ ਗੁਰ ਪੈ ਪੁਕਾਰਿਆ, ਤਿਨ ਹੌਲੀਆ ਉਬਾਰੀ। ਹੁਣ ਤੇ ਮੇਰੀਆਂ ਬਾਹਾਂ ਵੀ ਖੜੀਆਂ ਹੋ ਗਈਆਂ, ਕਿਉਂਕਿ ਰੱਬ ਦੇ ਅੱਗੇ ਤਰਲੇ ਤੋਂ ਬਿਨਾਂ ਹੁਣ ਦੂਜੀ ਥਾਂ ਹੀ ਕੋਈ ਨਹੀਂ। ਇਹ ਪਰਤ ਕੇ ਜਿਵੇਂ ਜਿਵੇਂ ਸਾਡੀ ਸੁਰਤ ਉਚੇਰੀ ਹੁੰਦੀ ਹੈ, ਇਹ ਫਿਰ ਅਵਸਥਾਵਾਂ ਆਉਂਦੀਆਂ ਨੇ। ਇੱਕ ਥਾਂ 'ਤੇ ਐਸਾ ਹਾਲ ਹੋ ਜਾਂਦਾ ਹੈ ਜਿਸ ਥਾਂ 'ਤੇ ਆਤਮਾ ਇਕੱਲੀ ਖੜੀ ਹੋ ਜਾਂਦੀ ਹੈ, ਉਸ ਥਾਂ ਦੇ ਉੱਤੇ ਸਿਵਾਏ ਗੁਰੂ ਤੋਂ ਕੋਈ ਦੂਜਾ ਅੱਖਰ ਵੀ ਯਾਦ ਨਹੀਂ ਰਹਿੰਦਾ, ਨਾ ਅੱਗੇ ਕੁਝ ਦਿਸਦਾ ਨਾ ਪਿੱਛੇ ਕੁਝ ਦਿਸਦਾ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਭਾਈ ਇਹ ਪੌੜੀਆਂ ਵਾਲਾ ਮਾਰਗ ਹੈ। ਇੱਥੇ ਆਪਣਾ ਆਪ ਗਵਾ ਕੇ, ਇੱਥੇ ਗੁਰੂ ਦੇ ਹੁਕਮ ਨੂੰ ਸੱਤ ਕਰਕੇ ਮੰਨ ਕੇ, ਇੱਥੇ ਨਿਤਨੇਮ ਤੇ ਗੁਰੂ ਮਹਾਰਾਜ ਜੀ ਦੇ ਸਿਮਰਨ ਦਾ ਆਸਰਾ ਲੈ ਕੇ, ਸਤ ਸੰਗਤ ਦਾ ਆਸਰਾ ਲੈ ਕੇ, ਜੇਕਰ ਤੂੰ ਇਸ ਗੁਰਮਤ ਦੇ ਗਾਡੀ ਰਾਹ ਨੂੰ ਤੂੰ ਸਰ ਕਰਨ ਦੀ ਕੋਸ਼ਿਸ਼ ਕਰੇਂਗਾ ਤਾਂ ਗੁਰੂ ਮਹਾਰਾਜ ਜੀ ਬਖਸ਼ਿਸ਼ ਵਰਤਾਉਣਗੇ। ਆਪਣੇ ਜ਼ੋਰ ਦੇ ਨਾਲ ਨਹੀਂ ਕੀਤਾ ਜਾ ਸਕਦਾ। ਅਤੇ ਆਪਣੇ ਜ਼ੋਰ ਦਾ ਅਰਥ ਪਤਾ ਕੀ ਹੁੰਦਾ ਹੈ ਜੀ? ਆਪਣੇ ਜ਼ੋਰ ਦਾ ਅਰਥ ਇਹ ਹੁੰਦਾ ਹੈ, ਗੁਰੂ ਨੇ ਕਿਹਾ ਅੰਮ੍ਰਿਤ ਵੇਲੇ ਉੱਠਣਾ, ਕੋਈ ਗੱਲ ਨਹੀਂ, ਜਦੋਂ ਮਰਜ਼ੀ ਉੱਠ ਪਾਂਗੇ, 24 ਘੰਟੇ ਹੀ ਸਾਡੇ ਵਾਸਤੇ ਅੰਮ੍ਰਿਤ ਵੇਲਾ ਹੀ ਆ। ਇਹਨੂੰ ਕਹਿੰਦੇ ਨੇ ਆਪਣਾ ਜ਼ੋਰ। ਗੁਰੂ ਮਹਾਰਾਜ ਜੀ ਨੇ ਕਿਹਾ 5 ਬਾਣੀਆਂ ਨਿਤਨੇਮ, ਲੈ ਸਾਰੇ ਥੋੜ੍ਹਾ 5 ਬਾਣੀਆਂ ਨਿਤਨੇਮ ਕਰਦੇ ਆ, ਅਸੀਂ ਸੁਖਮਨੀ ਸਾਹਿਬ ਵੀ ਕਰਨਾ, ਕਿਉਂਕਿ ਸੁਖਮਨੀ ਸਾਹਿਬ ਨਾਲ ਸੁੱਖਾਂ ਦੀ ਮਨੀ ਦੀ ਪ੍ਰਾਪਤੀ ਹੁੰਦੀ ਆ। ਇਹਨੂੰ ਕਹਿੰਦੇ ਨੇ ਆਪਣੀ ਮਰਜ਼ੀ ਚਲਾਉਣੀ, ਆਪਣੀ ਮਨਮਤ ਅਨੁਸਾਰ ਆਪਣਾ ਜ਼ੋਰ ਅਜਮਾਉਣਾ, ਆਪਣਾ ਜ਼ੋਰ ਅਜ਼ਮਾਈ ਕਰਕੇ ਅਤੇ ਅਸੀਂ ਗੁਰੂ ਦੇ ਕੋਲੋਂ ਬਖਸ਼ਿਸ਼ ਲੈਣੀ। ਜਦੋਂ ਸੱਚੇ ਪਾਤਸ਼ਾਹ ਜੀ ਇਹ ਬਚਨ ਕਰਦੇ ਨੇ ਕਿ ਸਿੱਖ ਅੰਮ੍ਰਿਤ ਵੇਲੇ ਉੱਠੇ, ਅਤੇ ਹੁਣ ਸਿੱਖ ਕੋਲ ਕੋਈ ਦੂਜਾ ਖਿਆਲ ਨਹੀਂ ਹੋਣਾ ਚਾਹੀਦਾ। ਦੇਖੋ ਅਸੀਂ ਸੰਸਾਰੀ ਕਾਰਜ ਕਰਦੇ ਹਾਂ ਨਾ ਜੀ, ਜੇਕਰ ਸਾਨੂੰ ਸਾਡੇ ਬੌਸ ਨੇ ਕਿਹਾ ਜਾਂ ਫਿਰ ਸਾਡੇ ਕਿਸੇ ਵੀ ਸੀਨੀਅਰ ਪਰਸਨ ਨੇ ਕਿਹਾ ਕਿ ਤੂੰ 9 ਵਜੇ ਨਾਲ ਇੱਥੇ ਜੋਬ 'ਤੇ ਚਾਹੀਦਾ ਹੈ, 9 ਵਜੇ, ਅਸੀਂ 8:30 ਵਜੇ ਪਹੁੰਚ ਜਾਂਦੇ ਹਾਂ। ਸੰਸਾਰੀ ਤੌਰ 'ਤੇ ਅਸੀਂ ਕਿੰਨਾ ਫੋਲੋ ਕਰਦੇ ਹਾਂ, ਕਿੰਨਾ ਅਸੀਂ ਡਿਸਿਪਲਿਨ ਅਸੀਂ ਵਾਚ ਕਰਦੇ ਹਾਂ। ਇਕੱਲਾ ਵਾਚ ਹੀ ਨਹੀਂ ਕਰਦੇ, ਅਸੀਂ ਫੋਲੋ ਵੀ ਕਰਦੇ ਹਾਂ, ਫੋਲੋ ਨਹੀਂ ਕਰਦੇ, ਸਾਰੀ ਜ਼ਿੰਦਗੀ ਉਸੇ ਡਿਸਿਪਲਿਨ ਨੂੰ ਨਿਭਾਉਂਦੇ ਹਾਂ, ਉਸ ਅਨੁਸ਼ਾਸਨ ਨੂੰ। ਅਤੇ ਗੁਰਮਤਿ ਦੇ ਮਾਰਗ 'ਤੇ ਆ ਕੇ ਅਸੀਂ ਢਿੱਲੇ ਹੋ ਜਾਂਦੇ ਹਾਂ। ਇਹ ਢਿੱਲਾਪਣ ਦੱਸਦਾ ਹੈ ਕਿ ਅਜੇ ਸਾਨੂੰ ਗੁਰੂ ਕੋਲੋਂ ਸੁੱਖ ਲੈਣ ਦੀ ਜਾਚ ਆਈ ਨਹੀਂ, ਅਤੇ ਸ਼ਾਇਦ ਸੁੱਖ ਦੀ ਲੋੜ ਹੀ ਨਹੀਂ।
ਜੋ ਅੰਮ੍ਰਿਤ ਵੇਲੇ ਸੁੱਤਾ ਰਹਿ ਗਿਆ, ਇਹਦਾ ਮਤਲਬ ਇਹੀ ਬਣਦਾ ਕਿ ਇਹਨੂੰ ਗੁਰੂ ਕੋਲ ਕੁਝ ਨਹੀਂ ਚਾਹੀਦਾ। ਜੇ ਚਾਹੀਦਾ ਹੁੰਦਾ ਤੇ ਬਚਨ ਨਾ ਮੰਨਦਾ, ਕਿਉਂਕਿ ਗੁਰੂ ਨਾਨਕ ਦਾ ਘਰ ਹੈ, ਇੱਥੇ ਹੁਕਮ ਮੰਨਿਆ ਹੋਵੈ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਇਸੀ। ਇੱਥੇ ਤੇ ਹੁਕਮ ਨੂੰ ਮੰਨਣ ਤੋਂ ਬਾਅਦ ਹੀ ਕਿਰਪਾ ਵਰਤਦੀ ਹੈ। ਸੱਚੇ ਪਾਤਸ਼ਾਹ ਜੀ ਹੁਣ ਬਖਸ਼ਿਸ਼ ਕਰਦੇ ਨੇ, ਭਾਈ ਇਹ ਮਾਰਗ ਕੈਸਾ ਹੈ? ਇਹ ਮਾਰਗ ਹੁਕਮ ਨੂੰ ਸਤ ਕਰਕੇ ਮੰਨ ਕੇ ਗੁਰੂ ਦੇ ਆਦੇਸ਼ ਅਨੁਸਾਰ ਚੱਲਣ ਵਾਲਾ ਮਾਰਗ ਹੈ, ਪੌੜੀਆਂ ਤੇ ਚੜ੍ਹਨ ਵਾਲਾ ਮਾਰਗ ਹੈ। ਹਰ ਇੱਕ ਸਟੈਪ ਦੂਜੇ ਸਟੈਪ ਨਾਲੋਂ ਉੱਚਾ ਹੈ ਤੇ ਤੂੰ ਸਤਰਕ ਹੋ ਕੇ, ਸੁਚੇਤ ਹੋ ਕੇ, ਸਾਵਧਾਨ ਇਕਾਗਰ ਚੀਤ ਆਪਣੇ ਆਪ ਨੂੰ ਸਾਵਧਾਨ ਕਰ, ਇਕਾਗਰ ਕਰ ਤੇ ਪਰਮੇਸ਼ਵਰ ਦੇ ਮਾਰਗ ਤੇ ਤੁਰ। ਤੇਰੇ ਰਸਤੇ ਦੇ ਵਿੱਚ ਸੁੱਖ ਹੀ ਸੁੱਖ ਮਿਲਣਗੇ। ਆਪਣੀ ਮਰਜ਼ੀ ਦੇ ਨਾਲ ਸੱਜਣਾ, ਜੇ ਭਲਾ ਹੁੰਦਾ ਤੇ ਹੁਣ ਤੱਕ ਹੋ ਜਾਣਾ ਚਾਹੀਦਾ ਸੀ। ਇਸ ਕਰਕੇ ਚੰਗੀ ਗੱਲ ਹੈ ਜੇਕਰ ਘੋੜਾ ਸਾਡੇ ਕੋਲ ਹੋਵੇ, ਘੋੜਾ ਹੋਵੇ ਅਥਰਾ, ਘੋੜਾ ਹੋਵੇ ਲੜਾਕਾ, ਤੇ ਐਸੇ ਬੰਦੇ ਨੂੰ ਸੌਂਪ ਦੇਣਾ ਚਾਹੀਦਾ ਜੋ ਉਸ ਘੋੜੇ ਨੂੰ ਕਾਬੂ ਕਰ ਲਵੇ, ਉਸ ਘੋੜੇ ਨੂੰ ਸਮਝਾ ਸਕੇ, ਉਸ ਘੋੜੇ ਨੂੰ ਟ੍ਰੇਨਿੰਗ ਦੇ ਕੇ ਟ੍ਰੇਨ ਕਰ ਸਕੇ, ਫਿਰ ਸਾਨੂੰ ਉਹ ਘੋੜੇ ਨੂੰ ਦੇ ਦੇਵੇ। ਇਸੇ ਤਰ੍ਹਾਂ ਸਾਡਾ ਜਿਹੜਾ ਮਨ ਘੋੜਾ ਹੈ ਬੇਲਗਾਮਾ ਹੀ ਦੌੜੀ ਜਾਂਦਾ ਹੈ, ਬੜਾ ਅਥਰ ਹੈ। ਮਹਾਰਾਜ ਜੀ ਕਹਿੰਦੇ ਨੇ ਜੇ ਤੇਰੇ ਕੋਲੋਂ ਕਾਬੂ ਨਹੀਂ ਆਉਂਦਾ ਤੂੰ ਵੇਚ ਦੇ। ਕਿਸ ਨੂੰ ਵੇਚ ਦੇ? ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਤਾਂ ਕਾਰਜ ਰਾਸ ਤਾਂ ਹੀ ਹੋਣਗੇ ਜੇਕਰ ਗੁਰੂ ਮਹਾਰਾਜ ਜੀ ਦਾ ਬਚਨ ਹੂ ਬਹੂ ਕਰਕੇ ਮੰਨਿਆ ਜਾਏਗਾ। ਸੱਚੇ ਪਾਤਸ਼ਾਹ ਜੀ ਨੇ ਅੱਗੇ ਸਾਡੇ ਉੱਤੇ ਕਿਰਪਾ ਕੀਤੀ। ਸੁਣ ਗੱਲਾ ਆਕਾਸ ਕੀ, ਕੀਟਾ ਆਈ ਰੀਸ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਹੁਣ ਜੇਕਰ ਕੋਈ ਗੁਰੂ ਦੇ ਹੁਕਮ ਨੂੰ ਮੰਨੇ ਨਾ, ਗੁਰੂ ਦੇ ਹੁਕਮ ਅਨੁਸਾਰ ਨਾ ਨਿਤਨੇਮ ਕਰੇ, ਨਾ ਸਿਮਰਨ ਕਰੇ, ਨਾ ਸਤ ਸੰਗਤ ਕਰੇ, ਨਾ ਹੀ ਕੋਈ ਹੋਰ ਬਚਨ ਮੰਨੇ, ਉਹ ਆਪਣੀ ਮਰਜ਼ੀ ਦੇ ਨਾਲ ਹੀ ਕਰਨ ਦੀ ਕੋਸ਼ਿਸ਼ ਕਰੇ ਕਿ ਗੁਰੂ ਨੂੰ ਥੋੜ੍ਹਾ ਪਤਾ ਹੈ, ਸਾਨੂੰ ਜ਼ਿਆਦਾ ਪਤਾ ਹੈ। ਤੇ ਮਹਾਰਾਜ ਜੀ ਕਹਿੰਦੇ ਨੇ ਇਹ ਗੱਲ ਤਾਂ ਇੰਜ ਸਮਝ ਲਵੋ ਜਿਵੇਂ ਧਰਤੀ ਉੱਤੇ ਰੇਂਗਣ ਵਾਲਾ ਕੀੜਾ ਹੁਣ ਇਹ ਸੋਚਦਾ ਪਿਆ ਹੈ ਕਿ ਮੈਂ ਹੁਣ ਉੱਡ ਕੇ ਆਕਾਸ਼ ਤੱਕ ਪਹੁੰਚ ਜਾਣਾ ਹੈ। ਮੈਂ ਸੁਣਿਆ ਕਿ ਹੰਸ ਵੀ ਬੜੀ ਵੱਡੀ ਵੱਡੀ ਉਡਾਰੀ ਭਰਦੇ ਨੇ ਤੇ ਆਪਾਂ ਵੀ ਪਹੁੰਚ ਹੀ ਜਾਣਾ ਹੈ। ਹੰਸ ਕੋਈ ਜ਼ਿਆਦਾ ਵੱਡਾ ਹੈ? ਕਹਿੰਦੇ ਨੇ ਐਸਾ ਖਿਆਲ ਕਰਨਾ ਉਸ ਕੂੜੇ ਦੀ, ਉਸ ਕੀੜੇ ਦੀ ਕੂੜੀ ਠੀਸ ਹੀ ਸਮਝੋ, ਭਾਵ ਉਸ ਕੀੜੇ ਵੱਲੋਂ ਆਪਣੇ ਮਨ ਦੇ ਵਿੱਚੋਂ ਕਲਪਤ ਹੋਇਆ ਇੱਕ ਭਾਵ ਹੀ ਹੈ ਜੋ ਕਿ ਕਦੇ ਵੀ ਸਾਰਥਕ ਨਹੀਂ ਹੋ ਸਕਦਾ। ਸੁਣ ਗੱਲਾਂ ਆਕਾਸ਼ ਕੀ, ਆਕਾਸ਼ ਦੀਆਂ ਗੱਲਾਂ ਸੁਣ ਕੇ ਕੀਟਾ ਆਈ ਰੀਸ। ਹੁਣ ਕੀੜਿਆਂ ਨੂੰ ਵੀ ਰੀਸ ਆ ਗਈ ਹੈ। ਇਸ ਨੂੰ ਆਪਾਂ ਸੌਖੇ ਢੰਗ ਨਾਲ ਸਮਝ ਲਈਏ। ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਜਿਸ ਵੇਲੇ ਭਜਨ ਬੰਦਗੀ ਕੀਤੀ ਤੇ ਹੁਣ ਬਹੁਤ ਸਾਰੇ ਗੁਰਮੁਖ ਪਿਆਰੇ ਆਉਂਦੇ ਨੇ, ਨਮਸਕਾਰ ਕਰਦੇ ਨੇ। ਹੁਣ ਬਹੁਤ ਸਾਰੇ ਆਉਂਦੇ ਨੇ, ਉਹ ਕਹਿੰਦੇ ਨੇ ਮਹਾਂਪੁਰਖਾਂ ਨੇ ਚੋਲਾ ਪਾਇਆ। ਬਹੁਤ ਸਾਰੇ ਆਉਂਦੇ ਨੇ, ਮਹਾਂਪੁਰਖੋ ਅਰਦਾਸ ਕਰ ਦਿਓ, ਸਾਡਾ ਕੋਈ ਵਾਹ ਵਾਸਤਾ ਚੱਲਦਾ ਨਹੀਂ ਪਿਆ ਕਿਤੇ। ਤੇ ਹੁਣ ਜਿਹੜਾ ਮਨਮੁਖ ਬੰਦਾ ਉਹ ਵੇਖਦਾ ਕਿ ਬਾਬੇ ਦੀ ਬੜੀ ਪ੍ਰਤਿਸ਼ਠਾ, ਬਾਬੇ ਦਾ ਬੜਾ ਸਤਿਕਾਰ, ਬਾਬੇ ਨੂੰ ਸਾਰੇ ਹੀ ਮੱਥਾ ਟੇਕਦੇ ਨੇ, ਬਾਬਾ ਅਰਦਾਸ ਕਰਦਾ, ਲੋਕੀ ਭੇਟਾ ਦਿੰਦੇ ਨੇ। ਤੇ ਫਿਰ ਮਨਮੁਖ ਬੰਦਾ ਕਹਿੰਦਾ ਕੋਈ ਗੱਲ ਨਹੀਂ, ਚੋਲਾ ਹੀ ਪਾਉਣਾ। ਚੋਲਾ ਪਾ ਕੇ ਗੋਲ ਦਸਤਾਰ ਸਜਾ ਲੈਣੀ ਆ, ਉੱਤੋਂ ਦੀ ਸ੍ਰੀ ਸਾਹਿਬ ਪਾ ਲੈਣੀ ਆ, ਅੰਮ੍ਰਿਤ ਛਕ ਲੈਣਾ, ਬਸ ਇੰਨਾ ਸੌਖਾ ਕੰਮ ਹੀ ਆ। ਪਰ ਇਹ ਕੰਮ ਇੰਨਾ ਸੌਖਾ ਨਹੀਂ। ਨਕਲੀ ਸੰਤ ਤੇ ਦਿਹਾੜੀ 'ਚ ਭਾਵੇਂ 100 ਵਾਰੀ ਬਣ ਜਾਈਏ, ਅਸਲੀ ਸੰਤ ਬਣਨ ਵਾਸਤੇ ਕਈ ਯੁੱਗ ਲੱਗ ਜਾਂਦੇ ਨੇ। ਤੇ ਹੁਣ ਜਿਹੜੇ ਮਨਮੁਖ ਬੰਦੇ ਨੇ ਉਹ ਸੋਚਦੇ ਨੇ ਕਿ ਸ਼ਾਇਦ ਚੋਲਿਆਂ ਦੇ ਨਾਲ ਮੱਥੇ ਟਿਕ ਜਾਂਦੇ ਨੇ। ਮੱਥਾ ਤੇ ਸਿਰਫ ਗੁਰੂ ਦੇ ਚਰਨਾਂ ਵਿੱਚ ਹੀ ਸ਼ੋਭਦਾ ਹੈ। ਪਰ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਸੰਤਾਂ ਮਹਾਂਪੁਰਖਾਂ ਦੇ ਅੱਗੇ ਵੀ ਸੀਸ ਝੁਕਾਉਣ ਦਾ ਬਚਨ ਕੀਤਾ। ਮਹਾਰਾਜ ਜੀ ਨੇ ਇੱਥੋਂ ਤੱਕ ਬਚਨ ਕੀਤਾ
ਕਿ ਮਹਾਂਪੁਰਖਾਂ ਦੀ ਚਰਨ ਧੂੜ ਲੈ ਕੇ ਮਸਤਕ ਤੇ ਲਾ, ਤੇਰੇ ਸੁੱਤੇ ਹੋਏ ਕਰਮ ਜਾਗ ਪੈਣਗੇ। ਪਰ ਹੋਵੇ ਮਹਾਂਪੁਰਖ, ਮਹਾਂਮੂਰਖ ਨਾ ਹੋਵੇ, ਕਿਉਂਕਿ ਮਹਾਂਮੂਰਖਾਂ ਨਾਲ ਤੇ ਦੁਨੀਆ ਭਰੀ ਪਈ ਹੈ। ਹੁਣ ਮਹਾਂਪੁਰਖਾਂ ਨੂੰ ਦੇਖਣ ਵਾਸਤੇ, ਮਹਾਂਪੁਰਖਾਂ ਨੂੰ ਜੱਜ ਕਰਨ ਵਾਸਤੇ, ਮਹਾਂਪੁਰਖਾਂ ਦੀ ਪ੍ਰੀਖਿਆ ਲੈਣ ਵਾਸਤੇ, ਮਹਾਂਪੁਰਖਾਂ ਦਾ ਪੈਰਾਮੀਟਰ ਦੇਖਣ ਵਾਸਤੇ ਸਾਨੂੰ ਮਹਾਂਪੁਰਖ ਹੀ ਬਣਨਾ ਪੈਣਾ ਹੈ। ਅਤੇ ਜਿਹੜਾ ਮਹਾਂਪੁਰਖ ਬਣ ਗਿਆ ਉਹੀ ਮਹਾਂਪੁਰਖ ਨੂੰ ਸਮਝ ਸਕਦਾ, ਦੂਜਾ ਥੋੜ੍ਹਾ ਸਮਝ ਸਕਦਾ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਚਾਨਣ। ਮਹਾਰਾਜ ਜੀ ਕਹਿੰਦੇ ਨੇ ਮਨਮੁਖ ਬੰਦਿਆਂ ਨੂੰ ਵੀ ਹੁਣ ਰੀਸਾਂ ਆ ਗਈਆਂ ਕਿ ਅਸੀਂ ਵੀ ਹੁਣ ਨਾ ਲੋਕਾਂ ਦੇ ਸਾਹਮਣੇ ਇੱਕ ਸੰਤ ਬਣ ਕੇ ਪ੍ਰਗਟ ਹੋਈਏ। ਪਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਕਰਦੇ ਨੇ ਕਿ ਉਹ ਵਿਚਾਰਿਆਂ ਦੇ ਖਿਆਲਾਂ ਨੂੰ ਕਦੀ ਵੀ ਸਾਰਥਕ ਰੂਪ ਨਹੀਂ ਮਿਲੇਗਾ। ਉਹ ਰੀਸ ਕਰਦੇ ਨੇ ਪਰ ਗੁਰੂ ਦਾ ਬਚਨ ਨਹੀਂ ਮੰਨਦੇ। ਰੀਸਾਂ ਕਰਨ ਦੇ ਨਾਲ ਕਦੀ ਬਖਸ਼ਿਸ਼ਾਂ ਨਹੀਂ ਮਿਲਦੀਆਂ। ਬਖਸ਼ਿਸ਼ਾਂ ਤੇ ਆਪਾ ਭਾਵ ਗਵਾ ਕੇ ਗੁਰੂ ਦੇ ਅੱਗੇ ਸਮਰਪਿਤ ਹੋ ਕੇ ਮਿਲਦੀਆਂ ਨੇ। ਮਹਾਰਾਜ ਜੀ ਕਿਰਪਾ ਕਰਦੇ ਹਨ। ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ। ਨਾਨਕ, ਇੱਥੇ ਵਿਸ਼ਰਾਮ ਹਲਕਾ ਦੇਵਾਂਗੇ। ਨਾਨਕ ਨਦਰੀ ਪਾਈਐ, ਪਰਮੇਸ਼ਵਰ ਦੀ ਕਿਰਪਾ ਦੇ ਨਾਲ, ਪਰਮੇਸ਼ਵਰ ਦੀ ਨਦਰੇ ਇਨਾਇਤ ਦੇ ਨਾਲ ਹੀ ਪਰਮਾਤਮਾ ਦੀ ਬਖਸ਼ਿਸ਼ ਮਿਲਦੀ ਹੈ। ਕੂੜੀ ਕੂੜਾ ਠੀਸ। ਠੀਸ ਦਾ ਅਰਥ ਹੁੰਦਾ ਹੈ ਕੋਈ ਵੀ ਫਜ਼ੂਲ ਗੱਲ ਕਰ ਦੇਣੀ ਜਿਹਦਾ ਸਿਰ ਮੂੰਹ ਕੋਈ ਨਾ ਹੋਣਾ। ਕੋਈ ਵੀ ਗੱਲ ਕਰ ਦੇਣੀ ਬਹੁਤ ਵੱਡੀ, ਜਿਹੜੀ ਗੱਲ ਨੂੰ ਅਸੀਂ ਕਹਿ ਦਈਏ ਹਵਾ ਵਿੱਚ ਤੀਰ ਹੀ ਮਾਰੀ ਜਾਂਦਾ ਬੰਦਾ, ਹਨੇਰੇ 'ਚ ਤੀਰ ਮਾਰੀ ਜਾਂਦਾ। ਕਹਿੰਦੇ ਨੇ ਕਿ ਪਰਮਾਤਮਾ ਦੀ ਕਿਰਪਾ, ਪਰਮਾਤਮਾ ਦੀ ਨਜ਼ਰੇ ਇਨਾਇਤ ਦੇ ਨਾਲ, ਉਹਦੀ ਨਜ਼ਰ ਦੇ ਨਾਲ, ਉਹਦੀ ਸਵੱਲੀ ਬਖਸ਼ਿਸ਼ ਦੇ ਨਾਲ ਮਿਲਦੀ ਹੈ। ਜਿਹੜੇ ਮਨਮੁਖ ਬੰਦੇ ਨੇ, ਜਿਹੜੇ ਕੂੜੇ ਬੰਦੇ ਨੇ, ਉਹ ਆਪਣੇ ਆਪ ਦੇ ਵਿੱਚ ਸੋਚਦੇ ਨੇ ਕਿ ਅਸੀਂ ਇਹ ਮਹਾਂਪੁਰਖਾਂ ਵਾਲਾ ਜੀਵਨ ਅਸੀਂ ਬਿਨਾਂ ਕੁਝ ਕੀਤੇ ਹੀ ਪ੍ਰਾਪਤ ਕਰ ਲਵਾਂਗੇ। ਕਹਿਣ ਲੱਗੇ ਇਹ ਉਹਨਾਂ ਦੀ ਕੂੜੀ ਵਡਿਆਈ ਹੈ। ਇਹ ਜੋ ਸੋਚਦੇ ਨੇ ਉਸ ਸੋਚਣ ਦਾ ਕੋਈ ਵੀ ਫਲ ਨਹੀਂ ਮਿਲੇਗਾ। ਇਹ ਵਿਅਰਥ ਦੇ ਵਿੱਚ ਹੀ ਇਹ ਸੋਚਾਂ 'ਚ ਸਾਰਾ ਸੰਸਾਰ ਲੰਘ ਗਿਆ, ਉਹਨਾਂ ਦਾ ਸਾਰਾ ਜੀਵਨ ਲੰਘਦਾ ਪਿਆ ਹੈ। ਪਰ ਉਹ ਬੰਦਗੀ ਵਾਲੇ ਪਾਸੇ ਨਹੀਂ ਤੁਰਦੇ, ਉਹ ਬਸ ਗੱਲਾਂ ਹੀ ਕਰਦੇ ਨੇ। ਮਹਾਰਾਜ ਜੀ ਨੇ ਬਾਣੀ 'ਚ ਬਚਨ ਕੀਤਾ ਨਾ, ਇੱਕ ਫਿਰ ਹੈ ਘਨੇਰੇ ਕਰਹੇ ਗੱਲਾਂ, ਗੱਲੀ ਕਿਨੈ ਨਾ ਪਾਇਆ। ਇਹ ਗੱਲਾਂ ਦੇ ਨਾਲ ਨਹੀਂ ਮਿਲਦਾ, ਉਹ ਤੇ ਜਪਨ ਦੇ ਨਾਲ ਮਿਲਦਾ। ਅੱਗੇ ਮਹਾਰਾਜ ਜੀ ਨੇ ਸਾਡੇ ਤੇ ਬਖਸ਼ਿਸ਼ ਕੀਤੀ। ਆਖਣ ਜੋਰ ਚੁਪੈ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ। ਦਾਸ ਬੇਨਤੀ ਕਰੇ ਜੀ, ਇੱਕ ਤੇ ਆਪਾਂ ਧਿਆਨ ਇੱਥੇ ਇਹ ਰੱਖਣਾ ਹੈ ਕਿ ਅਣਾਣੇ ਦਾ ਧਿਆਨ ਰੱਖਣਾ। ਦੂਜਾ ਧਿਆਨ ਇਹ ਰੱਖਣਾ, ਅਸੀਂ ਜਦੋਂ ਪਾਠ ਕਰਦੇ ਹਾਂ ਨਾ ਜੀ, ਆਪਾਂ ਪੜ੍ਹ ਦਿੰਦੇ ਹਾਂ ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ। ਆਪ ਜੀ ਸੋਚੋਗੇ ਕਿ ਇਹ ਬਿਲਕੁਲ ਸਹੀ ਪੜ੍ਹਿਆ, ਪਰ ਨਹੀਂ। ਦਾਸ ਨੇ ਨੰਨੇ ਨੂੰ ਕੰਨਾ ਲਾ ਦਿੱਤਾ। ਫਿਰ ਧਿਆਨ ਦਿਓ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ। ਇਸ ਨੂੰ ਪੜਾਂਗੇ ਜੋਰ ਨਾ ਮੰਗਣ ਦੇਣ ਨਾ ਜੋਰ, ਨਾ ਪੜਾਂਗੇ ਹਲਕਾ ਜਿਹਾ ਨਾ, ਨਾ ਨਹੀਂ ਸ਼ਬਦ ਕਹਾਂਗੇ। ਨੰਨੇ ਨੂੰ ਕੰਨਾ ਹੋਏਗਾ ਫਿਰ ਕਹਾਂਗੇ ਨਾ, ਪਰ ਇੱਥੇ ਹੈ ਨੰਨਾ ਮੁਕਤਾ ਨਾ। ਜੋਰ ਨਾ ਮੰਗਣ ਦੇਣ ਨਾ ਜੋਰ। ਇੱਥੇ ਸੱਚੇ ਪਾਤਸ਼ਾਹ ਜੀ ਹੁਣ ਇਸ ਪੌੜੀ ਦੇ ਵਿੱਚ ਕਿਰਪਾ ਕਰਦੇ ਨੇ। ਮਨੁੱਖ ਦੇ ਪੁਰਾਣੇ ਕਰਮਾਂ ਦੇ ਵਿੱਚ ਜੋ ਕੁਝ ਬੀਜਿਆ ਗਿਆ, ਹੁਣ ਉਹ ਪੁਰਾਣੇ ਕਰਮਾਂ ਦੇ ਬੀਜ ਹੁਣ ਇਸ ਜਨਮ ਦੇ ਵਿੱਚ ਛਕ ਰਿਹਾ ਹੈ। ਪੁਰਾਣੀ ਜੋ ਖੇਤੀ ਹੈ ਉਹ ਪ੍ਰਫੁੱਲਤ ਹੋਈ, ਹੁਣ ਉਹ ਛਕ ਰਿਹਾ ਹੈ। ਇਸ ਕਰਕੇ ਜੋਰ ਨਾ ਮੰਗਣ। ਅਸੀਂ ਪਰਮਾਤਮਾ ਦੇ ਕੋਲੋਂ ਕੋਈ ਚੀਜ਼ ਮੰਗਦੇ ਹਾਂ, ਸਾਡਾ ਕੋਈ ਜ਼ੋਰ ਨਹੀਂ। ਧੱਕੇ ਨਾਲ ਅਸੀਂ ਲੈ ਨਹੀਂ ਸਕਦੇ। ਅਸੀਂ ਲੈ ਸਕਦੇ ਹਾਂ ਜੀ ਧੱਕੇ ਦੇ ਨਾਲ,
ਇਸ ਪੌੜੀ ਨੂੰ ਪੜ੍ਹਨ ਤੋਂ ਬਾਅਦ ਸਿੱਖ ਦੇ ਅੰਦਰ ਤਾਂ ਇਤਨੀ ਨਿਰਮਾਣਤਾ, ਇਤਨੀ ਹਲੀਮੀ, ਇੰਨਾ ਆਪਾ ਭਾਵ ਖਤਮ ਹੋ ਜਾਣਾ ਚਾਹੀਦਾ ਹੈ ਕਿ ਸਿੱਖ ਤੇ ਕਦੀ ਹੰਕਾਰ 'ਚ ਕਹਿ ਹੀ ਨਹੀਂ ਸਕਦਾ ਕਿ ਮੈਂ ਵੀ ਕੁਛ ਕਰ ਸਕਦਾ। ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਜ਼ੋਰ ਨਾ ਮੰਗਣ। ਮੰਗਣ ਦੇ ਵਿੱਚ ਸਾਡਾ ਕੋਈ ਜ਼ੋਰ ਨਹੀਂ, ਨਾ ਰੱਬ ਦੇ ਕੋਲੋਂ ਮੰਗਣ ਵਿੱਚ ਸਾਡਾ ਜ਼ੋਰ ਹੈ ਜੀ, ਉਹ ਆਪੇ ਦੇ ਰਿਹਾ। ਅਣ ਮੰਗਿਆ ਦਾਨ ਦੇਵਣਾ। ਅਤੇ ਗੁਰੂ ਕੋਲੋਂ ਵੀ ਮੰਗਣ ਦੇ ਵਿੱਚ ਸਾਡਾ ਕੋਈ ਜ਼ੋਰ ਨਹੀਂ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਡੀ ਝੋਲੀ ਦੇ ਵਿੱਚ ਅੰਮ੍ਰਿਤ ਦੀ ਦਾਤ ਪਾਈ। ਅਸੀਂ ਥੋੜ੍ਹਾ ਕਿਹਾ ਕਿ ਸਾਨੂੰ ਅੰਮ੍ਰਿਤ ਦਿਓ ਜੀ, ਸਾਨੂੰ ਅੰਮ੍ਰਿਤ ਦਿਓ ਜੀ, ਸਾਡਾ ਸਰਦਾ ਨਹੀਂ। ਸੱਚੇ ਪਾਤਸ਼ਾਹ ਜੀ ਨੂੰ ਪਤਾ ਹੈ, ਬੱਚੇ ਨੇ, ਇਹਨਾਂ ਨੂੰ ਕੀ ਪਤਾ ਹੈ ਕਿ ਅੰਮ੍ਰਿਤ ਕੀ ਹੁੰਦਾ ਹੈ। ਅਸੀਂ ਜੋ ਮੰਗਦੇ ਹਾਂ ਸਾਨੂੰ ਸਮਝ ਨਹੀਂ, ਸਾਡੇ ਵਿੱਚ ਕੋਈ ਤਾਕਤ ਨਹੀਂ ਅਸੀਂ ਮੰਗ ਸਕੀਏ। ਗੁਰੂ ਕੋਲੋਂ ਜੋ ਅਸੀਂ ਮੰਗ ਰਹੇ ਹਾਂ ਇਹ ਵੀ ਗੁਰੂ ਦੀ ਕਿਰਪਾ ਵਰਤ ਰਹੀ ਹੈ। ਭਾਵੇਂ ਸੰਸਾਰ ਦੀ ਕੋਈ ਚੀਜ਼ ਮੰਗ ਰਹੇ ਹਾਂ, ਭਾਵੇਂ ਅਸੀਂ ਇਲਾਹੀ ਦਰਗਾਹੀ ਚੀਜ਼ ਮੰਗ ਰਹੇ ਹਾਂ, ਇਹ ਉਸ ਦਾਤੇ ਦੀ ਕਿਰਪਾ ਦੇ ਨਾਲ ਹੋ ਰਿਹਾ, ਸਾਡੇ ਜ਼ੋਰ ਨਾਲ ਕੁਝ ਨਹੀਂ ਹੋ ਰਿਹਾ। ਭਾਵੇਂ ਕੋਈ ਸੰਸਾਰੀ ਚੀਜ਼ ਮੰਗਦਾ, ਸ਼ੁਕਰ ਆ ਪਰਮਾਤਮਾ ਕੋਲੋਂ ਮੰਗ ਰਿਹਾ, ਗੁਰੂ ਕੋਲੋਂ ਮੰਗ ਰਿਹਾ, ਗੁਰੂ ਨੂੰ ਯਾਦ ਕਰਕੇ ਮੰਗ ਰਿਹਾ, ਧੰਤਾ ਯੋਗ ਹੈ। ਜ਼ੋਰ ਨਾ ਜ਼ੋਰ ਆਖਣ ਜ਼ੋਰ ਚੁਪੈ ਨਹਿ ਜ਼ੋਰ। ਜੋ ਅਸੀਂ ਬੋਲਦੇ ਪਏ ਹਾਂ ਇਹਦੇ ਵਿੱਚ ਸਾਡਾ ਕੋਈ ਜ਼ੋਰ ਨਹੀਂ ਹੈ। ਅਸੀਂ ਕਿਤਨਾ ਕੁ ਬੋਲਣਾ ਸਾਨੂੰ ਨਹੀਂ ਪਤਾ, ਇਹ ਪਰਮੇਸ਼ਵਰ ਹੀ ਬੁਲਾ ਰਹੇ। ਚੁਪੈ ਨਹਿ ਜ਼ੋਰ। ਅਸੀਂ ਆਪਣੀ ਮਰਜ਼ੀ ਨਾਲ ਚੁੱਪ ਨਹੀਂ ਕਰ ਸਕਦੇ। ਪਰਮੇਸ਼ਵਰ ਚੁੱਪ ਕਰਾ ਦੇਵੇ ਅਤੇ ਅਸੀਂ ਚੁੱਪ ਹੋ ਜਾਂਦੇ ਹਾਂ ਜੀ। ਪਰਮੇਸ਼ਵਰ ਚਾਬੀ ਭਰ ਦੇਵੇ ਅਸੀਂ ਬੋਲਣ ਲੱਗ ਪੈਂਦੇ ਹਾਂ। ਜਿਸ ਤਰ੍ਹਾਂ ਹੁਣ ਬੰਦਾ ਤਾਂ ਬਹੁਤ ਤੇਜ਼ ਤਕਰੀਰ ਦੇ ਨਾਲ ਸੰਸਾਰ ਦੇ ਵਿੱਚ ਵਿਚਰਦਾ ਪਿਆ, ਤਕਰੀਰ ਕਰ ਰਿਹਾ, ਗੱਲ ਕਰ ਰਿਹਾ, ਅਚਾਨਕ ਪਤਾ ਲੱਗਦਾ ਧੜਮ ਕਰਕੇ ਧਰਤੀ 'ਤੇ ਡਿੱਗ ਪਿਆ, ਇਹ ਚੁੱਪ ਹੀ ਕਰ ਗਿਆ। ਉਹ ਭਾਈ ਬੋਲ, ਤੂੰ ਤਾਂ ਬੜਾ ਸੋਹਣਾ ਬੋਲਦਾ ਪਿਆ ਸੀ। ਨਾਲ ਹੀ ਦੂਜਾ ਬੰਦਾ ਕਹੇਗਾ ਇਹ ਬੇਹੋਸ਼ ਹੋ ਗਿਆ, ਬੇਹੋਸ਼ ਹੋ ਗਿਆ, ਹੁਣ ਇਹ ਬੋਲੇਗਾ ਨਹੀਂ, ਇਹਨੂੰ ਡਾਕਟਰ ਕੋਲ ਲੈ ਕੇ ਜਾਓ। ਫਿਰ ਡਾਕਟਰ ਵੀ ਕਹਿੰਦਾ ਇਹਦੇ ਕੋਲ ਆ ਕੇ ਗੱਲਾਂ ਬਾਤਾਂ ਨਾ ਕਰਿਓ, ਇਸਨੂੰ ਬ੍ਰੇਨ ਅਟੈਕ ਹੋਇਆ। ਇਸ ਦਾ ਅਰਥ ਇਹ ਹੈ ਕਿ ਸਾਡਾ ਜ਼ੋਰ ਨਹੀਂ ਹੈ। ਆਖਣ ਜ਼ੋਰ ਚੁਪੈ ਨਹਿ ਜ਼ੋਰ। ਨਾ ਤੇ ਗੱਲ ਕਰਨ ਦੇ ਵਿੱਚ, ਬੋਲਣ ਵਿੱਚ ਸਾਡਾ ਕੋਈ ਜ਼ੋਰ ਹੈ। ਅਸੀਂ ਧੱਕੇ ਦੇ ਨਾਲ ਅਸੀਂ ਆਪਣੇ ਸ਼ਬਦਾਂ ਨੂੰ ਪਰਮਾਤਮਾ ਕੋਲੋਂ ਲਿਆ ਨਹੀਂ ਕਿ ਰੱਬ ਜੇ ਨਹੀਂ ਦਿੰਦਾ ਤਾਂ ਰੱਬ ਨਾਲ ਲੜ ਕੇ ਅਸੀਂ ਬੋਲ ਲੈ ਲਈਏ, ਸ਼ਬਦ ਲੈ ਲਈਏ ਜੋ ਅਸੀਂ ਰਸਨਾ ਤੋਂ ਬੋਲਾਂਗੇ। ਚੁਪੈ ਨਹਿ ਜ਼ੋਰ। ਤਾਂ ਨਾ ਅਸੀਂ ਆਪਣੀ ਮਰਜ਼ੀ ਦੇ ਨਾਲ ਚੁੱਪ ਹੋ ਸਕਦੇ ਹਾਂ। ਬੋਲਣਾ ਵੀ ਉਹਦੀ ਦਾਤ ਹੈ ਅਤੇ ਚੁੱਪ ਹੋਣਾ ਵੀ ਉਹਦੀ ਦਾਤ ਹੈ। ਉਹਦੀ ਬਖਸ਼ਿਸ਼ ਦੇ ਨਾਲ ਹੀ ਸਭ ਕੁਝ ਵਰਤ ਰਿਹਾ। ਜ਼ੋਰ ਨਾ ਮੰਗਣ, ਦੇਣ ਨਾ ਜ਼ੋਰ। ਨਾ ਅਸੀਂ ਪਰਮਾਤਮਾ ਦੇ ਕੋਲੋਂ ਆਪਣੀ ਮਰਜ਼ੀ ਨਾਲ ਜ਼ੋਰ ਨਾਲ ਮੰਗ ਸਕਦੇ ਹਾਂ ਅਤੇ ਦੇਣ ਨਾ ਜ਼ੋਰ। ਅਤੇ ਨਾ ਹੀ ਅਸੀਂ ਕਿਸੇ ਨੂੰ ਕੋਈ ਚੀਜ਼ ਜਿਸ ਵੇਲੇ ਦਿੰਦੇ ਹਾਂ ਅਤੇ ਅਸੀਂ ਸੋਚੀਏ ਕਿ ਅਸੀਂ ਦੇ ਰਹੇ ਹਾਂ, ਨਹੀਂ, ਇਹ ਪਰਮਾਤਮਾ ਦਵਾ ਰਿਹਾ। ਅਸੀਂ ਲੰਗਰ ਚਲਾਇਆ, ਸਾਨੂੰ ਲੱਗਦਾ ਅਸੀਂ ਚਲਾਇਆ, ਅਸਲ ਵਿੱਚ ਪਰਮੇਸ਼ਵਰ ਜੀ ਨੇ ਕਿਰਪਾ ਕੀਤੀ, ਸਾਡੇ ਕੋਲੋਂ ਸੇਵਾ ਲੈ ਲਈ। ਅਸੀਂ ਨਿਤਨੇਮ ਬੋਲ ਕੇ ਕੀਤਾ, ਪਰਮਾਤਮਾ ਜੀ ਨੇ ਕਰਵਾਇਆ। ਇਸੇ ਤਰ੍ਹਾਂ ਕਹਿ ਰਹੇ ਨੇ, ਨਾ ਤਾਂ ਮੰਗਣ ਵਿੱਚ ਸਾਡਾ ਕੋਈ ਜ਼ੋਰ ਹੈ ਅਤੇ ਨਾ ਹੀ ਸਾਡਾ ਜ਼ੋਰ ਹੈ ਦੇਣ ਦੇ ਵਿੱਚ। ਅੱਗੇ ਮਹਾਰਾਜ ਜੀ ਕਿਰਪਾ ਕਰਦੇ ਹਨ। ਜ਼ੋਰ ਨ ਜੀਵਨ ਮਰਨ ਨਹਿ ਜ਼ੋਰ। ਜ਼ੋਰ ਨ ਰਾਜ ਮਾਲ ਮਨ ਸੋਰ। ਸੰਸਾਰ ਦੇ ਉੱਤੇ ਅਸੀਂ ਜਨਮ ਲੈਣਾ, ਸਾਡਾ ਕਾਹਦਾ ਜ਼ੋਰ ਹੈ ਜੀ? ਅਸੀਂ ਮੌਤ ਲੈਣੀ ਹੈ, ਸਾਡਾ ਕਾਹਦਾ ਜ਼ੋਰ ਹੈ? ਜਦੋਂ ਸਾਡਾ ਜਨਮ ਹੋਣਾ ਸੰਸਾਰ 'ਤੇ, ਅਸੀਂ ਕਦੀ ਪਰਮਾਤਮਾ ਦੇ ਅੱਗੇ ਬਹਿ ਕੇ ਅਸੀਂ ਇਹ ਨਹੀਂ ਕਹਿੰਦੇ ਕਿ ਪਰਮਾਤਮਾ ਗੱਲ ਸੁਣ, ਇੰਡੀਆ ਦੇ ਵਿੱਚ ਸਾਨੂੰ ਜਨਮ ਨਾ ਦੇਵੀਂ, ਬੜੇ ਤੰਗੀ ਅਸੀਂ ਪਹਿਲਾਂ ਹੀ। ਤੂੰ ਸਾਨੂੰ ਅਮੈਰੀਕਾ, UK, ਕਨੇਡਾ ਦੇ ਵਿੱਚ ਜਨਮ ਦੇਵੀਂ ਅਤੇ ਸੁਣ ਧਿਆਨ ਨਾਲ, ਕਿਹੜੇ ਦੇਸ਼ ਵਿੱਚ, ਕਿਹੜੇ ਸ਼ਹਿਰ ਵਿੱਚ, ਕਿਹੜੀ ਸਿਟੀ ਵਿੱਚ, ਕਿਹੜੀ ਸਟਰੀਟ ਵਿੱਚ, ਕਿਹੜੀ ਗਲੀ ਦੇ ਵਿੱਚ ਕਿਸ ਧਰਮ ਵਾਲੇ ਮਾਂ ਪਿਓ ਚਾਹੀਦੇ ਨੇ, ਉਹਨਾਂ ਦੇ ਕਿੰਨੇ ਜੀਅ ਚਾਹੀਦੇ ਨੇ,
ਮੈਨੂੰ ਰੂਪ ਰੰਗ ਐਸਾ ਚਾਹੀਦਾ, ਕੰਨ ਖੋਲ੍ਹ ਕੇ ਸੁਣ ਪਰਮਾਤਮਾ, ਉਸ ਹਿਸਾਬ ਨਾਲ ਸਾਨੂੰ ਜਨਮ ਦੇਵੀਂ। ਰੱਬ ਨਹੀਂ ਸਾਨੂੰ ਪੁੱਛਦਾ, ਰੱਬ ਦੇਖਦਾ ਸਾਡੇ ਕਰਮਾਂ ਅਨੁਸਾਰ ਸਾਨੂੰ ਜਨਮ ਦੇ ਦਿੰਦਾ। ਅਤੇ ਜਦੋਂ ਅਸੀਂ ਮੌਤ ਲੈਣੀ ਹੋਵੇ ਅਸੀਂ ਰੱਬ ਦੇ ਗਲ ਨਹੀਂ ਪੈਂਦੇ, ਗੱਲ ਸੁਣ ਲਾ, ਅਸੀਂ ਆਪਣੀ ਮਰਜ਼ੀ ਨਾਲ ਹੀ ਜਾਣਾ ਆ। ਮਹਾਰਾਜ ਜੀ ਨੇ ਬਾਣੀ 'ਚ ਬਚਨ ਕੀਤਾ, ਮਰਨ ਲਿਖਾਏ ਮੰਡਲ ਮਹਿ ਆਏ, ਜੀਵਨ ਸਾਜਹਿ ਮਾਈ। ਸਾਡਾ ਜਨਮ ਧਰਤੀ 'ਤੇ ਬਾਅਦ 'ਚੋਂ ਹੈ, ਰੱਬ ਨੇ ਪਹਿਲਾਂ ਹੀ ਜਨਮ ਤੋਂ ਪਹਿਲਾਂ ਹੀ ਮਸਤਕ 'ਤੇ ਲਿਖ ਦਿੱਤਾ ਇਸ ਬੰਦੇ ਨੇ ਕਿਸ ਸਾਲ, ਕਿਸ ਦਿਨ, ਕਿਸ ਵਾਰ, ਕਿਸ ਟਾਈਮ ਨੂੰ, ਕਿਸ ਜਗ੍ਹਾ 'ਤੇ, ਕਿਸ ਢੰਗ ਦੇ ਨਾਲ ਕੂਚ ਕਰ ਜਾਣਾ, ਇਹਨੂੰ ਅਟੈਕ ਹੋਣਾ, ਐਕਸੀਡੈਂਟ ਹੋਣਾ, ਵਟ ਐਵਰ ਕੁਛ ਵੀ ਹੋਣਾ, ਉਹ ਰੱਬ ਨੇ ਪਹਿਲਾਂ ਹੀ ਲਿਖ ਦਿੱਤਾ। ਅਸੀਂ ਆਪਣੀ ਮਰਜ਼ੀ ਦੇ ਨਾਲ ਨਾ ਤਾਂ ਜਨਮ ਲੈ ਸਕਦੇ ਹਾਂ ਅਤੇ ਨਾ ਆਪਣੀ ਮਰਜ਼ੀ ਦੇ ਨਾਲ ਮਰਨ ਲੈ ਸਕਦੇ ਹਾਂ। ਜੇ ਅਸੀਂ ਜਨਮ ਆਪਣੀ ਮਰਜ਼ੀ ਨਾਲ ਨਹੀਂ ਲੈ ਸਕਦੇ, ਮਰਨ ਆਪਣੀ ਮਰਜ਼ੀ ਨਾਲ ਨਹੀਂ ਲੈ ਸਕਦੇ, ਫਿਰ ਸੱਚੇ ਪਾਤਸ਼ਾਹ ਅਸੀਂ ਆਪਣੀ ਮਰਜ਼ੀ ਨਾਲ ਕਰ ਕੀ ਸਕਦੇ ਹਾਂ? ਮਹਾਰਾਜ ਜੀ ਕਹਿੰਦੇ ਨੇ ਕਰ ਸਕਦਾ ਹੈ ਕਿ ਗੁਰੂ ਕੋਲ ਆ, ਗੁਰੂ ਤੈਨੂੰ ਜੀਵਨ ਬਖਸ਼ੇਗਾ। ਗੁਰੂ ਕੋਲ ਜਾ ਕੇ ਤੈਨੂੰ ਸੁਚੱਜਾ, ਉੱਚਾ, ਰੂਹਾਨੀ, ਆਤਮਿਕ ਜੀਵਨ ਮਿਲੇਗਾ। ਗੁਰੂ ਕੋਲ ਆ ਕੇ ਇਹ ਥੋੜ੍ਹਾ ਮੰਗਣਾ ਹੈ ਮੇਰਾ ਰੰਗ ਕਾਲਾ ਹੈ ਜੀ, ਚਿੱਟਾ ਕਰ ਦਿਓ। ਇਹ ਥੋੜ੍ਹਾ ਕਹਿਣਾ ਮੇਰਾ ਨੱਕ ਫੀਨਾ ਆ, ਇਹਨੂੰ ਥੋੜ੍ਹਾ ਤਿੱਖਾ ਕਰ ਦਿਓ। ਗੁਰੂ ਕੋਲ ਆ ਕੇ ਥੋੜ੍ਹਾ ਕਹਿਣਾ ਕਿ ਮੇਰੇ ਕੋਲ ਜੈਕਟ ਹੈ ਨਹੀਂ, ਤੁਸੀਂ ਕਿਰਪਾ ਕਰਕੇ ਅਤੇ ਕਰਾਮਾਤ ਵਰਤਾ ਕੇ ਮੈਨੂੰ ਜੈਕਟ ਦਵਾ ਦਿਓ। ਗੁਰੂ ਕੋਲ ਇਸ ਕਰਕੇ ਆਉਣਾ ਹੈ ਤਾਂ ਜੋ ਉੱਚਾ ਆਤਮਿਕ ਜੀਵਨ ਮਿਲੇ। ਮਹਾਰਾਜ ਜੀ ਕਹਿੰਦੇ ਨੇ ਤੇਰੇ ਪੂਰੇ ਸਰੀਰ ਨੂੰ ਘੜਿਆ, ਧਿਆਨ ਨਾਲ ਵੇਖ ਆਪਣੀ ਉਂਗਲੀਆਂ, ਵੇਖ ਕਿੰਨੀਆਂ ਸੋਹਣੀਆਂ ਘੜੀਆਂ ਨੇ, ਨਿੱਕੀਆਂ ਨਿੱਕੀਆਂ ਸਟਿਕਸ ਐ ਫਿੱਟ ਕਰ ਦਿੱਤੀਆਂ ਨੇ। ਅਤੇ ਜੇਕਰ ਤੇਰੀਆਂ ਉਂਗਲੀਆਂ ਵਿੱਚ ਗੈਪ ਨਾ ਹੁੰਦਾ ਅਤੇ ਤੇਰੇ ਜ਼ਖਮ ਇੰਨੇ ਹੋਣੇ ਸੀ ਕਿ ਹਰ ਰੋਜ਼ ਹੀ ਇੱਕ ਦਿਨ ਵਿੱਚ ਕਈ ਵਾਰ ਖੂਨ ਨਿਕਲਣਾ ਸੀ, ਕਿਉਂਕਿ ਜਿਸ ਵੇਲੇ ਤੂੰ ਵਸਤੂਆਂ ਫੜਨੀਆਂ ਸੀ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਤੂੰ ਆਤਮਿਕ ਜੀਵਨ ਹਾਸਲ ਕਰ। ਆਤਮਿਕ ਜੀਵਨ ਹਾਸਲ ਕਰਨਾ ਇਹ ਤੇਰੇ ਵੱਸ ਦੀ ਗੱਲ ਹੈ, ਹੋਰ ਕੋਈ ਚੀਜ਼ ਤੇਰੇ ਵੱਸ ਦੀ ਨਹੀਂ। ਪਰ ਗੁਰੂ ਦੇ ਕੋਲ ਜਾਏਗਾ ਅਤੇ ਗੁਰੂ ਨੇ ਤੈਨੂੰ ਆਤਮਿਕ ਜੀਵਨ ਦੇ ਦੇਣਾ, ਕਿਉਂਕਿ ਗੁਰੂ ਆਤਮਿਕ ਜੀਵਨ ਦਾ ਭੰਡਾਰਾ ਆ, ਗੁਰੂ ਆਤਮਿਕ ਜੀਵਨ ਦਾ ਸਰੋਤ ਆ, ਗੁਰੂ ਆਤਮਿਕ ਜੀਵਨ ਦਾ ਸਾਗਰ ਆ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਜਿਸ ਤਰ੍ਹਾਂ ਧਰਤੀ ਉੱਤੇ ਮਕਾਨ ਬਣਾਉਣ ਲੱਗੇ ਪੁੱਛਿਆ ਨਹੀਂ ਨਾ ਜਾਂਦਾ, ਬਣਾਈਏ ਬਣਾ ਦਿੱਤਾ ਜਾਂਦਾ ਅਤੇ ਢਾਉਣ ਵੇਲੇ ਵੀ ਪੁੱਛਿਆ ਨਹੀਂ ਜਾਂਦਾ, ਇਹ ਮਕਾਨ ਜੀ, ਸਤਿਕਾਰਯੋਗ ਰਿਸਪੈਕਟਡ ਮਕਾਨ ਜੀ, ਕਿਰਪਾ ਕਰਕੇ ਦੱਸੋ ਤੁਹਾਨੂੰ ਢਾਹ ਦੇਈਏ। ਉਸੇ ਵੇਲੇ ਥੋੜੇ ਫੜ ਕੇ ਬਿਨਾਂ ਉਹਨੂੰ ਪੁੱਛੇ ਢਾਹ ਦਿੱਤਾ ਜਾਂਦਾ। ਇਸੇ ਤਰ੍ਹਾਂ ਰੱਬ ਦੀ ਮੌਜ ਹੁੰਦੀ ਆ, ਜਨਮ ਦੇ ਦਿੰਦਾ, ਮੌਜ ਹੁੰਦੀ ਆ, ਮਰਨ ਦੇ ਦਿੰਦਾ ਆ। ਪੁੱਛ ਨਾ ਸਾਜੇ, ਪੁੱਛ ਨਾ ਢਾਹੇ। ਉਹ ਨਾ ਸਾਜਣ ਵੇਲੇ ਪੁੱਛਦਾ ਅਤੇ ਨਾ ਮੌਤ ਦੇਣ ਵੇਲੇ ਪੁੱਛਦਾ। ਇਸ ਕਰਕੇ ਗੁਰੂ ਕੋਲ ਐਸਾ ਜੀਵਨ ਹੈ ਜੋ ਕਿ ਕਦੀ ਵੀ ਮਰਨ ਦੇ ਵਿੱਚ ਨਹੀਂ ਆਉਂਦਾ। ਜੇਕਰ ਸਾਹਿਬ ਮਨੋ ਨਾ ਵੀਸਰੈ ਤਾਂ ਸਹਿਲਾ ਮਰਨਾ ਹੋਏ। ਕਹਿੰਦੇ ਨੇ ਇਸ ਕਰਕੇ ਐਸੀ ਮੌਤ ਨੂੰ ਤੂੰ ਗੁਰੂ ਕੋਲੋਂ ਲੈ ਜਿਹੜੀ ਮੌਤ ਦੇ ਅੱਗੇ ਜਿਉਂਦਿਆਂ ਦੇ ਸਿਰ ਝੁਕ ਜਾਣ। ਐ ਮਨਾ ਉਹ ਮੌਤ ਕਿੱਥੋਂ ਮਿਲੇਗੀ? ਗੁਰੂ ਕੇ ਸ਼ਬਦ ਵਿੱਚੋਂ। ਜੀਵਤ ਮਰੈ, ਮਰੈ ਫੁਨ ਜੀਵੈ, ਤਾਂ ਫਿਰ ਮਰਨ ਨਾ ਹੋਈ। ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਜਨਮ ਸਾਡੇ ਹੱਥ ਵਿੱਚ ਨਹੀਂ, ਮਰਨ ਸਾਡੇ ਹੱਥ ਵਿੱਚ ਨਹੀਂ, ਜੀਵਨ ਸਾਡੇ ਹੱਥ ਵਿੱਚ ਹੈ। ਅਸੀਂ ਪਾਪੀ ਹੋ ਕੇ ਜੀਵਣਾ ਸਾਡੇ ਹੱਥ ਵਿੱਚ, ਅਸੀਂ ਪੁੰਨੀ ਹੋ ਕੇ ਜੀਵਣਾ ਸਾਡੇ ਹੱਥ ਵਿੱਚ। ਹੱਥ ਵਿੱਚ ਦਾ ਅਰਥ ਗੁਰੂ ਮਹਾਰਾਜ ਜੀ ਨੇ ਬਚਨ ਕੀਤਾ, ਨਰ ਅਚੇਤ ਪਾਪ ਤੇ ਡਰ ਰੇ। ਪਾਪ ਤੋਂ ਡਰ, ਤੂੰ ਪਾਪਾਂ ਤੋਂ ਡਰਦਾ ਨਹੀਂ ਆ ਅਤੇ ਆਪਣੇ ਆਪ ਤੋਂ ਐਵੇਂ ਡਰੀ ਜਾਂਦਾ ਆ। ਬੰਦਾ ਆਪਣੇ ਆਪ ਤੋਂ ਡਰਦਾ ਆ, ਪਾਪਾਂ ਤੋਂ ਨਹੀਂ ਡਰਦਾ। ਇਹਨੂੰ ਜਿੱਥੋਂ ਸੁੱਖ ਨਹੀਂ ਨਾ ਮਿਲਣ ਦੀ ਆਸ, ਉੱਥੋਂ ਦੌੜਦਾ ਆ, ਅਤੇ ਜਿੱਥੇ ਇਹਨੂੰ ਲੱਗਦਾ ਕਿ ਮੇਰਾ ਕੋਈ ਬੈਨੀਫਿਟ ਹੋ ਸਕਦਾ, ਉੱਥੇ ਆਪ ਦੌੜ ਕੇ ਜਾਂਦਾ ਆ। ਕਿਉਂਕਿ ਬੰਦਾ ਪਾਵਰ ਆਫ ਪ੍ਰੋਫਿਟ ਦੇ ਵਿੱਚ ਆਪਣੀ ਸਾਰੀ ਜ਼ਿੰਦਗੀ ਬਤੀਤ ਕਰੀ ਜਾਂਦਾ ਹੈ, ਗਵਾਈ ਜਾਂਦਾ ਆ। ਇਹਨੂੰ ਸਮਝ ਹੀ ਕੋਈ ਨਹੀਂ, ਇਹ ਕੌਡੀਆਂ ਇਕੱਠੀਆਂ ਕਰੀ ਜਾਂਦਾ। ਕੋਈ ਬੰਦਾ ਨਿੱਕੇ ਨਿੱਕੇ ਪੱਥਰ ਇਕੱਠੇ ਕਰੇ ਅਤੇ ਅਸੀਂ ਕਹਿ ਦਾਂਗੇ ਕਿ ਇਹ ਬੰਦਾ ਪਾਗਲ ਆ। ਉਹ ਕੌਡੀਆਂ ਇਕੱਠੀਆਂ ਕਰ ਕਰਕੇ ਸਾਂਭਦਾ ਪਿਆ ਆ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿਤੇ ਤੂੰ ਵੀ ਪਾਗਲ ਤਾਂ ਨਹੀਂ, ਤੂੰ ਵੀ ਕੌਡੀਆਂ ਇਕੱਠੀਆਂ ਕਰਦਾ ਆ। ਜਿਵੇਂ ਕੌਡੀਆਂ ਕਿਸੇ ਕੰਮ ਨਹੀਂ, ਜੋ ਤੇਰੇ ਕੋਲ ਹੱਥ ਦੇ ਵਿੱਚ ਹੈ ਨਾ ਪ੍ਰਮਾਤਮਾ ਵੱਲੋਂ ਦਿੱਤਾ ਆ, ਇਹ ਯੂਜ਼ ਕਰਕੇ ਭਗਤੀ ਕਰ ਲੈ, ਨਹੀਂ ਤਾਂ ਇਹਦਾ ਵੀ ਤੇਰਾ ਹਾਲ ਵੀ ਉਸ ਪਾਗਲ ਤੋਂ ਕਿਤੇ ਵਧੇਕ ਚੰਗਾ ਨਹੀਂ ਹੈ। ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਜੋਰ ਨਾ ਜੀਵਨ ਮਰਨ ਨਹਿ ਜੋਰ। ਤੇਰੇ ਵਿੱਚ ਕੋਈ ਤਾਕਤ ਨਹੀਂ, ਤੂੰ ਆਪਣੀ ਮਰਜ਼ੀ ਚਲਾ ਸਕੇ। ਜੋਰ ਨਾ ਰਾਜ ਮਾਲ ਮਨ ਸੋਰ। ਤੂੰ ਆਪਣੀ ਮਰਜ਼ੀ ਦੇ ਨਾਲ ਰਾਜ ਭਾਗ ਆਪਣੇ ਹੱਥ ਵਿੱਚ ਲੈ ਸਕੇ, ਤੇਰੇ ਵਿੱਚ ਕੋਈ ਤਾਕਤ ਨਹੀਂ। ਤੂੰ ਸੰਸਾਰ ਦੇ ਪਦਾਰਥਾਂ ਨੂੰ ਪ੍ਰਾਪਤ ਕਰ ਸਕੇ, ਤੇਰੇ ਵਿੱਚ ਕੋਈ ਤਾਕਤ ਨਹੀਂ। ਤੇ ਫਿਰ ਤੇਰੇ ਮਨ ਦੇ ਵਿੱਚ ਬਾਹਰ ਦੀਆਂ ਚੀਜ਼ਾਂ ਨੂੰ ਪ੍ਰਾਪਤ ਕਰਨ ਤੋਂ ਬਾਅਦ ਹੰਕਾਰ ਆਉਂਦਾ ਹੈ, ਉਹਦੇ ਵਿੱਚ ਵੀ ਤੇਰੀ ਕੋਈ ਤਾਕਤ ਨਹੀਂ ਕਿ ਤੂੰ ਹੰਕਾਰ ਨੂੰ ਲਿਆ ਸਕੇ ਜਾਂ ਫਿਰ ਖਤਮ ਕਰ ਸਕੇ, ਕਿਉਂਕਿ ਇਹ ਵੱਡੀਆਂ ਤਾਕਤਾਂ ਨੇ। ਵੱਡੀਆਂ ਤਾਕਤਾਂ ਨੂੰ ਖਤਮ ਕਰਨ ਵਾਸਤੇ ਸਭ ਤੋਂ ਵੱਡੀ ਤਾਕਤ ਚਾਹੀਦੀ ਆ, ਉਹ ਤਾਕਤ ਹੈ ਸਿਰਫ ਗੁਰੂ ਦਾ ਸ਼ਬਦ, ਗੁਰੂ ਮਹਾਰਾਜ ਜੀ ਦਾ ਸਿਮਰਨ। ਇਸ ਕਰਕੇ ਤੇਰਾ ਇਹ ਮਨਾ ਜ਼ੋਰ ਹੈ ਹੀ ਕੋਈ ਨਹੀਂ। ਮਹਾਰਾਜ ਜੀ ਅੱਗੇ ਜਾ ਕੇ ਦੱਸਣਗੇ ਕਿ ਸਭ ਤੋਂ ਵੱਡਾ ਜ਼ੋਰ ਵਾਲਾ ਕੌਣ ਹੈ, ਤੇ ਤੂੰ ਸਭ ਤੋਂ ਵੱਡੇ ਜ਼ੋਰ ਵਾਲੇ ਕੋਲ ਪਹੁੰਚ ਜਾ, ਫੇਰ ਤੇਰਾ ਪਾਰ ਉਤਾਰਾ ਹੋ ਸਕਦਾ ਹੈ। ਅੱਗੇ ਮਹਾਰਾਜ ਜੀ ਕਿਰਪਾ ਕਰਦੇ ਹਨ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ। ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਜੋਰ ਨਾ ਜੁਗਤ ਸੁਰਤੀ। ਸੁਰਤੀ ਕਹੀਏ ਜੀ ਸੁਰਤ। ਸੁਰਤ ਦਾ ਅਰਥ ਹੈ 100 ਪਲੱਸ ਰਤ। ਰਤ ਕਹੀਏ ਰੰਗੀ ਹੋਈ। ਸੱਸੇ ਨੂੰ ਔਂਕੜ ਦਾ ਅਰਥ ਹੈ ਸਾਡੇ ਅੰਦਰ ਦੀ ਬਿਰਤੀ। ਮਹਾਰਾਜ ਜੀ ਕਹਿੰਦੇ ਨੇ, ਤੂੰ ਜਾਗ ਪਿਆ ਹੈ, ਤੂੰ ਅੰਦਰੋਂ ਰੰਗਿਆ ਗਿਆ ਹੈ, ਤੂੰ ਆਤਮਿਕ ਤੌਰ ਦੇ ਉੱਤੇ ਨੇਤਰ ਖੋਲ੍ਹ ਲਏ ਹਨ, ਪਰ ਆਤਮਿਕ ਤੌਰ 'ਤੇ ਤੂੰ ਜਾਗ ਸਕੇ, ਤੇਰੇ ਵਿੱਚ ਕੋਈ ਤਾਕਤ ਨਹੀਂ, ਤੂੰ ਨਹੀਂ ਜਾਗ ਸਕਦਾ। ਜੋਰ ਨਾ ਸੁਰਤੀ ਗਿਆਨ ਵਿਚਾਰ। ਨਾ ਹੀ ਤੂੰ ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਸਕਦਾ, ਜ਼ੋਰ ਨਾਲ ਨਹੀਂ ਕਰ ਸਕਦਾ। ਇੱਥੋਂ ਤੱਕ ਸੰਸਾਰੀ ਗਿਆਨ ਵੀ ਆਪਣੇ ਜ਼ੋਰ ਨਾਲ ਨਹੀਂ ਹਾਸਲ ਕਰ ਸਕਦਾ, ਕਿਉਂਕਿ ਜ਼ੋਰ ਤੇ ਉਹਦਾ ਹੀ ਵਰਤ ਰਿਹਾ ਨਾ। ਹੁਣੇ ਜੋਤ ਖਿੱਚ ਲਵੇ ਸਾਡੇ ਸਰੀਰ 'ਚੋਂ, ਊੜਾ ਕਿੱਥੋਂ ਬੋਲ ਲਾਂਗੇ। ਜਪਜੀ ਸਾਹਿਬ ਦੂਰ ਦੀ ਗੱਲ ਆ। ਬੰਦਾ ਅਸਲ ਵਿੱਚ ਮੌਤ ਨੂੰ ਭੁੱਲੀ ਬੈਠਾ ਹੈ। ਸਭ ਤੋਂ ਵੱਡੀ ਗੱਲ ਇਹ, ਜਦੋਂ ਬੰਦਾ ਹੰਕਾਰ ਦੇ ਬੋਲ ਬੋਲਦਾ, ਉਹ ਸੋਚਦਾ ਕਿ ਮੈਂ ਘੱਟੋ ਘੱਟ 3-4 ਯੁੱਗ ਤੇ ਰਹਿਣਾ ਹੀ ਹੈ ਨਾ, ਬਾਕੀ ਸਾਰਿਆਂ ਨੇ ਮਰਨਾ ਆ, ਆਪਾਂ ਨਹੀਂ ਮਰਨਾ। ਆਪਾਂ ਬ੍ਰਹਮਾ ਜੀ ਤੋਂ ਸਰਟੀਫਿਕੇਟ ਲੈ ਕੇ ਰੱਖਿਆ ਹੈ, ਤੇ ਸ਼ਿਵ ਜੀ ਭਗਵਾਨ ਨਾਲ ਆਪਣੀ ਕਮਿਟਮੈਂਟ ਆ ਕਿ ਸਾਰਿਆਂ ਨੂੰ ਚੱਕ ਲਈ, ਮੈਨੂੰ ਨਾ ਚੱਕੀ। ਕਹਿਣ ਦਾ ਅਰਥ ਇਹ ਹੈ ਕਿ ਬੰਦਾ ਇਹ ਮੰਨੀ ਬੈਠਾ ਹੈ ਕਿ ਸਾਰੇ ਮਰਨਗੇ, ਅਸੀਂ ਨਹੀਂ ਮਰਨਾ। ਜੇ ਮੌਤ ਯਾਦ ਹੁੰਦੀ ਤੇ ਗੁਰੂ ਇੱਕ ਇੱਕ ਸਵਾਸ ਯਾਦ ਆਉਣਾ ਸੀ, ਪਰ ਸਾਨੂੰ ਗੁਰੂ ਯਾਦ ਕਿਉਂ ਨਹੀਂ ਆਉਂਦਾ? ਕਿਉਂਕਿ ਸਾਨੂੰ ਮੌਤ ਹੀ ਨਹੀਂ ਯਾਦ। ਅਸੀਂ ਮੰਨੀ ਬੈਠੇ ਹਾਂ ਕਿ ਅਸੀਂ ਤਾਂ ਮਰਨਾ ਹੀ ਨਹੀਂ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜੋਰ ਨਾ ਸੁਰਤੀ ਗਿਆਨ ਵਿਚਾਰ। ਤੇ ਨਾ ਹੀ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਕਰਨ ਤੋਂ ਬਾਅਦ ਤੂੰ ਸੰਸਾਰ ਦੀ ਕਿਸੇ ਪ੍ਰਕਾਰ ਦੀ ਵਿਚਾਰ ਕਰ ਸਕਦਾ ਆ, ਸ਼ੁਭ ਗੁਣਾਂ ਦੀ ਵਿਚਾਰ ਨਹੀਂ ਕਰ ਸਕਦਾ। ਇੰਝ ਕਹਿ ਲਓ ਜੇ ਕਥਾ ਨਹੀਂ ਕਰ ਸਕਦਾ, ਇਹ ਕਥਾ ਵੀ ਗੁਰੂ ਮਹਾਰਾਜ ਜੀ ਕਰਾ ਰਹੇ ਨੇ। ਪਿੱਛੇ ਜਿਹੇ ਮਹਾਰਾਜ ਜੀ ਨੇ ਇੱਕ ਇਸ਼ਾਰਾ ਜਿਹਾ ਕੀਤਾ ਤੇ ਉਸੇ ਵੇਲੇ ਸਰੀਰ ਨਿਢਾਲ ਹੋ ਕੇ ਡਿੱਗ ਗਿਆ। ਦੱਸੋ ਕੀ ਆਪਣੀ ਮਰਜ਼ੀ ਨਾਲ ਅਸੀਂ ਕਰ ਸਕਦੇ ਹਾਂ ਕਥਾ? ਨਹੀਂ ਕਰ ਸਕਦੇ। ਇਹ ਤਾਂ ਉਸ ਦਾਤੇ ਦੀ ਦਾਤ ਆ। ਸਮਝ ਆ ਜਾਏ ਸਹੀ, ਸਾਨੂੰ ਇਹ ਸਮਝ ਆ ਜਾਏ, ਪਰ ਆਏਗੀ ਆਤਮਿਕ ਅਵਸਥਾ ਦੀ ਪ੍ਰਾਪਤੀ ਤੋਂ ਬਾਅਦ। ਉਵੇਂ ਨਹੀਂ ਸਾਨੂੰ ਸਮਝ ਆਉਣੀ। ਉਵੇਂ ਸਾਡੇ ਅੰਦਰ ਹਉਮੈ ਦਾ ਜੋ ਕੀੜਾ ਹੈ ਉਹ ਹਮੇਸ਼ਾ ਹੀ ਪ੍ਰਧਾਨ ਰਹਿੰਦਾ ਹੈ। ਮਹਾਰਾਜ ਜੀ ਕਿਰਪਾ ਕਰਦੇ ਨੇ, ਜੋਰ ਨਾ ਜੁਗਤੀ ਛੁੱਟੈ ਸੰਸਾਰ। ਤੇ ਇਸ ਸੰਸਾਰ ਦੇ ਵਿੱਚੋਂ ਜਨਮ ਮਰਨ ਦਾ ਗੇੜ ਖਤਮ ਹੋਵੇ, ਇਸ ਸੰਸਾਰ ਦੇ ਵਿੱਚੋਂ ਵਿਸ਼ੇ ਵਿਕਾਰਾਂ ਦਾ ਗੇੜ ਖਤਮ ਹੋਵੇ, ਤੇ ਅਸੀਂ ਪਰਮਾਤਮਾ ਦੇ ਵਿੱਚ ਜੁੜ ਜਾਈਏ। ਕੋਈ ਐਸਾ ਢੰਗ ਤਰੀਕਾ ਅਸੀਂ ਅਪਣਾ ਲਈਏ, ਅਸੀਂ ਜਿਉਂਦੇ ਜੀ ਮੁਕਤ ਅਵਸਥਾ ਦੇ ਵਿੱਚ ਅਸੀਂ ਵਿਚਰੀਏ ਜੀ। ਮਹਾਰਾਜ ਜੀ ਕਹਿੰਦੇ ਨੇ, ਸਾਡਾ ਕੋਈ ਜ਼ੋਰ ਨਹੀਂ, ਸਾਡਾ ਕੋਈ ਜ਼ੋਰ ਨਹੀਂ।
ਇਸ ਕਰਕੇ ਸੱਚੇ ਪਾਤਸ਼ਾਹ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਹੁਣ ਤੈਨੂੰ ਮੈਂ ਦੱਸਦਾ ਹਾਂ, ਜੇਕਰ ਕਿਸੇ ਵੀ ਕੰਮ ਵਿੱਚ ਤੇਰਾ ਜ਼ੋਰ ਨਹੀਂ ਤੇ ਉਹ ਦੇਖ ਸਭ ਤੋਂ ਵੱਡਾ ਜ਼ੋਰ ਵਾਲਾ ਕੌਣ ਹੈ, ਸਭ ਤੋਂ ਵੱਡੇ ਜ਼ੋਰ ਵਾਲੇ ਵਿੱਚ ਜੁੜ ਜਾ। ਜਿੰਨਾ ਜ਼ੋਰ ਉਸ ਰੱਬ ਦੇ ਵਿੱਚ ਓਨਾ ਜ਼ੋਰ ਤੇਰੇ ਵਿੱਚ ਆ ਜਾਣਾ। ਤੇ ਜਦੋਂ ਤੇਰੇ ਵਿੱਚ ਜ਼ੋਰ ਆ ਗਿਆ, ਨਿਸ਼ਾਨੀ ਕੀ ਹੋਏਗੀ? ਤੂੰ ਟਿਕ ਜਾਏਗਾ, ਹਉਮੈ ਦਾ ਨਾਸ਼ ਹੋ ਜਾਏਗਾ, ਅੰਦਰੋਂ ਪ੍ਰਕਾਸ਼ ਹੋ ਜਾਏਗਾ। ਮਹਾਰਾਜ ਜੀ ਨੇ ਅੱਗੇ ਕਿਰਪਾ ਕੀਤੀ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉਤਮ ਨੀਚ ਨਾ ਕੋਏ। ਐ ਭਾਈ, ਸਾਰੀ ਸ੍ਰਿਸ਼ਟੀ ਖੰਡ ਬ੍ਰਹਿਮੰਡ ਉਸ ਮਾਲਕ ਪਰਮੇਸ਼ਵਰ ਜੀ ਨੇ ਪੈਦਾ ਕੀਤੇ ਨੇ। ਸਾਰਾ ਜ਼ੋਰ ਉਸ ਪਰਮੇਸ਼ਵਰ ਦੇ ਹੱਥ ਵਿੱਚ ਹੈ। ਇਸ ਕਰਕੇ ਤੂੰ ਆਪਣਾ ਜੀਵਨ ਪਰਮੇਸ਼ਵਰ ਦੇ ਹੱਥ ਵਿੱਚ ਦੇ ਦੇ। ਤੇ ਜੇਕਰ ਹੁਣ ਅਸੀਂ ਪਰਮੇਸ਼ਵਰ ਨੂੰ ਲੱਭੀਏ ਕਿ ਪਰਮੇਸ਼ਵਰ ਕਿੱਥੇ ਹੈ ਜੀ, ਤੇ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਬਖਸ਼ਿਸ਼ ਕੀਤੀ, ਨਾਨਕ ਸੋਧੇ ਸਿਮਰਿਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਸਾਡੇ ਵਾਸਤੇ ਗੁਰੂ ਹੀ ਪਰਮੇਸ਼ਵਰ ਹੈ ਤੇ ਸਾਰਾ ਜ਼ੋਰ ਪਰਮੇਸ਼ਵਰ ਨੇ ਗੁਰੂ ਨੂੰ ਦਿੱਤਾ ਹੈ। ਤੇ ਅਸੀਂ ਗੁਰੂ ਦੇ ਚਰਨਾਂ ਦੇ ਵਿੱਚ ਆਪਣਾ ਸੀਸ ਅਰਪਣ ਕਰ ਦੇਣਾ ਹੈ ਤੇ ਫਿਰ ਸੱਚੇ ਪਾਤਸ਼ਾਹ ਜੀ ਨੇ ਅੰਦਰ ਨੂੰ ਰੰਗ ਲਾ ਦੇਣਾ ਹੈ। ਸਾਡੀ ਜਿਹੜੀ ਮਿਹਨਤ ਆ ਉਹ ਰੰਚਕ ਮਾਤਰ ਵੀ ਨਹੀਂ ਹੋਣੀ, ਗੁਰੂ ਦੀ ਗੁਰਪ੍ਰਸਾਦ ਦੀ ਬਖਸ਼ਿਸ਼ ਵਰਤ ਜਾਣੀ ਹੈ। ਜਿਸ ਹੱਥ ਜੋਰ ਕਰ ਵੇਖੈ ਸੋਏ, ਕਹਿਣ ਲੱਗੇ ਉਸ ਪਰਮੇਸ਼ਵਰ ਦੇ ਹੱਥ ਵਿੱਚ ਹਰ ਪ੍ਰਕਾਰ ਦਾ ਜ਼ੋਰ ਹੈ। ਉਹ ਹੀ ਸਾਰਿਆਂ ਦੀ ਸਾਂਭ ਸੰਭਾਲ ਕਰਦਾ ਹੈ। ਤੇ ਜਿਸ ਪਰਮੇਸ਼ਵਰ ਕੋਲ ਸਾਰੀ ਸ਼ਕਤੀ ਹੈ, ਮਨਾ ਉਹਦਾ ਸਿਮਰਨ ਕਰ, ਪਰ ਗੁਰੂ ਨੂੰ ਪੁੱਛ ਕੇ ਕਰੀ। ਗੁਰ ਪੁੱਛ ਲਿਖ ਵਿਚਾਰ। ਤੇ ਜਿਸ ਵੇਲੇ ਤੂੰ ਆਪਣਾ ਜੀਵਨ ਗੁਰੂ ਅੱਗੇ ਸਮਰਪਿਤ ਕਰ ਦਿੱਤਾ ਨਾ, ਫਿਰ ਪਤਾ ਕੀ ਹੋਣਾ? ਨਾਨਕ ਉੱਤਮ ਨੀਚ ਨਾ ਕੋਏ। ਫਿਰ ਤੇਰੀ ਦ੍ਰਿਸ਼ਟੀ ਦੇ ਵਿੱਚ ਨਾ ਤੇ ਕੋਈ ਚੰਗਾ ਰਹਿ ਜਾਣਾ ਤੇ ਨਾ ਕੋਈ ਮੰਦਾ ਰਹਿ ਜਾਣਾ। ਤੂੰ ਪਾਰਸ਼ੈਲਿਟੀ ਨਹੀਂ ਕਰੇਂਗਾ। ਤੈਨੂੰ ਕੋਈ ਗੋਰਾ ਨਹੀਂ ਦਿਸਣਾ, ਕੋਈ ਕਾਲਾ ਨਹੀਂ ਦਿਸਣਾ, ਕੋਈ ਪੁੰਨੀ ਨਹੀਂ ਦਿਸਣਾ, ਤੈਨੂੰ ਕੋਈ ਚੋਰ ਨਹੀਂ ਦਿਸਣਾ, ਤੈਨੂੰ ਕੋਈ ਦੁਰਾਚਾਰੀ ਨਹੀਂ ਦਿਸਣਾ, ਤੈਨੂੰ ਕੋਈ ਸਦਾਚਾਰੀ ਨਹੀਂ ਦਿਸਣਾ। ਤੈਨੂੰ ਕੀ ਦਿਸੇਗਾ? ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਫਿਰ ਤੈਨੂੰ ਕੀ ਦਿਸੇਗਾ? ਉਸ ਪਰਮੇਸ਼ਵਰ ਦਾ ਜਲੋ, ਉਸ ਪਰਮੇਸ਼ਵਰ ਦਾ ਪ੍ਰਕਾਸ਼ ਹੀ ਦਿਸੇਗਾ, ਨਿਰਮਲ ਪ੍ਰਕਾਸ਼। ਇਹ ਜਿੰਨੇ ਵੀ ਅਸੀਂ ਪ੍ਰਕਾਸ਼ ਦੇਖ ਰਹੇ ਹਾਂ ਨਾ ਜੀ, LED ਲਾਈਟਸ ਕਹਿ ਲਓ, ਸੂਰਜ ਕਹਿ ਲਓ, ਇਹ ਸਾਰੇ ਪ੍ਰਕਾਸ਼ ਮੈਲੇ ਪ੍ਰਕਾਸ਼ ਗਿਣੇ ਜਾਂਦੇ ਨੇ। ਇਹ ਮੈਲੇ ਨੇ। ਤਿੰਨਾਂ ਗੁਣਾਂ ਦੇ ਵਿੱਚ ਜੋ ਅਸੀਂ ਦੇਖਦੇ ਹਾਂ, ਹਰ ਚੀਜ਼ ਮੈਲੀ ਹੈ। ਤੇ ਜਿਸ ਵੇਲੇ ਅਸੀਂ ਆਤਮਿਕ ਜੀਵਨ ਦੇ ਵਿੱਚ ਅਸੀਂ ਪੈਂਡਾ ਤੈਅ ਕਰਦੇ ਹਾਂ, ਫਿਰ ਪਤਾ ਲੱਗਦਾ ਕਿ ਇਹ ਸਾਰੇ ਪ੍ਰਕਾਸ਼ ਮੈਲੇ ਨੇ। ਸਭ ਤੋਂ ਨਿਰਮਲ ਪ੍ਰਕਾਸ਼ ਸਾਡੇ ਅੰਦਰੋਂ ਪ੍ਰਗਟ ਹੁੰਦਾ, ਅੰਦਰੋਂ ਪੈਦਾ ਹੁੰਦਾ। ਅਸੀਂ ਜਦੋਂ ਅੰਦਰੋਂ ਦੇਖਦੇ ਹਾਂ ਤੇ ਉਹ ਪ੍ਰਕਾਸ਼ ਪ੍ਰਗਟ ਹੁੰਦਿਆਂ ਸਾਰ ਫਿਰ ਸਾਨੂੰ ਦਿਸਦਾ ਕਿ ਗੁਰੂ ਤੇ 24 ਘੰਟੇ ਮੇਰੇ ਨਾਲ ਸੀ। ਫਿਰ ਪਤਾ ਲੱਗਦਾ ਕਿ ਸ਼ਹੀਦ ਸਿੰਘ, ਜਿੱਥੇ ਗੁਰੂ ਕੀ ਬਾਣੀ ਦਾ ਜਾਪ ਹੁੰਦਾ, ਉੱਥੇ ਸ਼ਹੀਦ ਸਿੰਘ ਵੀ ਪ੍ਰਗਟ ਹੁੰਦੇ ਆ ਜੀ। ਫਿਰ ਉਸ ਵੇਲੇ ਭਰੋਸਾ ਵੱਜਦਾ ਹੈ ਕਿ ਦਾਤਿਆ, ਮੈਂ ਤਾਂ ਸੋਚਦਾ ਸੀ ਮੈਂ ਇਕੱਲਾ ਸਾਂ, ਪਰ ਤੂੰ ਹਰਦਮ ਮੇਰੇ ਨਾਲ ਸੀ। ਤੇ ਫਿਰ ਦਾਤਾ ਕਹਿੰਦਾ, ਪੁੱਤਰ ਜੇ ਮੈਂ ਨਾ ਹੋਵਾਂ ਤੇ ਫਿਰ ਦੱਸ ਤੂੰ ਸਰਵਾਈਵ ਕਿਵੇਂ ਕਰੇਂਗਾ? ਤੂੰ ਤੇ 1 ਸੈਕਿੰਡ ਵੀ ਜੀ ਨਹੀਂ ਸਕਦਾ। ਮੈਂ ਕਦੀ ਸਾਹ ਬਣ ਕੇ ਤੈਨੂੰ ਜੀਵਨ ਦਾਨ ਬਖਸ਼ਿਆ, ਕਦੀ ਖੂਨ ਬਣ ਕੇ ਤੇਰੇ ਸਰੀਰ ਨੂੰ ਨਰੋਆ ਰੱਖਿਆ, ਕਦੀ ਅੱਖਾਂ ਬਣ ਕੇ ਤੈਨੂੰ ਸੰਸਾਰ ਦਿਖਾਇਆ, ਕਦੀ ਪੈਰ ਬਣ ਕੇ, ਕਦੀ ਲੱਤਾਂ ਬਣ ਕੇ ਤੈਨੂੰ ਸਤ ਸੰਗਤ ਦਾ ਰਾਹ ਦਿਖਾਇਆ। ਹਰ ਦਮ, ਹਰ ਪਲ, ਹਰ ਵੇਲੇ ਮੈਂ ਤੇਰੇ ਨਾਲ ਹੀ ਸਾਂ। ਕਹਿ ਰਵਿਦਾਸ ਹਾਥ ਪੈ ਨੀਰੈ, ਸਹਿਜੇ ਹੋਏ ਸੋ ਹੋਈ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ ਜੀ, ਸਾਡੇ ਜੀਵਨ ਦੇ ਵਿੱਚ ਗੁਰੂ ਕੀ ਬਾਣੀ ਦਾ ਪ੍ਰਕਾਸ਼ ਸਦਾ ਲਈ ਟਿਕ ਜਾਏ। ਬਾਕੀ ਜੀ ਵਿਚਾਰ ਆਪਾਂ ਕੱਲ੍ਹ ਨੂੰ ਕਰਾਂਗੇ ਜੀ। ਕੱਲ੍ਹ ਨੂੰ ਧਰਮ ਖੰਡ ਦੀ
ਵਿਚਾਰ ਹੋਏਗੀ ਜੀ। ਧਰਮ ਖੰਡ ਮਰਿਆਦਾ ਦਾ ਖੰਡ। ਧਰਮ ਖੰਡ ਜਿੱਥੇ ਬੱਚਾ ਸਿੱਖਦਾ ਹੈ ਕਿ 5 ਕਕਾਰ ਧਾਰਨ ਕਰਨੇ ਨੇ, ਬੱਚਾ ਸਿੱਖਦਾ ਹੈ ਨਿਤਨੇਮ ਕਰਨਾ ਹੈ, ਬੱਚਾ ਹਰ ਇੱਕ ਡਿਸਿਪਲਿਨ ਸਿੱਖਦਾ ਹੈ। ਫਿਰ ਡਿਸਿਪਲਿਨ ਸਿੱਖਣ ਤੋਂ ਬਾਅਦ, ਮਰਿਆਦਾ ਨਿਭਾਉਣ ਤੋਂ ਬਾਅਦ ਫਿਰ ਜੋ ਸ਼ਕਤੀ ਪ੍ਰਗਟ ਹੁੰਦੀ ਹੈ ਉਹ ਧਰਮ ਖੰਡ ਤੋਂ ਬਾਅਦ ਫਿਰ ਪ੍ਰਗਟ ਹੁੰਦੀ ਗਿਆਨ ਖੰਡ ਵਿੱਚ, ਪ੍ਰਕਾਸ਼ ਵਾਲਾ ਖੰਡ। ਅਤੇ ਜੇਕਰ ਅਸੀਂ ਪੂਰੀ ਮਰਿਆਦਾ ਫੋਲੋ ਕੀਤੀ, ਅਸੀਂ ਗੁਰੂ ਮਹਾਰਾਜ ਦੇ ਬਚਨ ਮੰਨੇ, ਅਤੇ ਜੇ ਅਜੇ ਤੱਕ ਗਿਆਨ ਖੰਡ 'ਚ ਪ੍ਰਵੇਸ਼ ਨਹੀਂ ਨਾ ਹੋਏ, ਦਾ ਮਤਲਬ ਇਹ ਹੈ ਅਜੇ ਚੰਗੀ ਤਰ੍ਹਾਂ ਮਰਿਆਦਾ ਨਿਭੀ ਨਹੀਂ, ਅਜੇ ਚੰਗੀ ਤਰ੍ਹਾਂ ਅਸੀਂ ਗੁਰੂ ਮਹਾਰਾਜ ਜੀ ਦੀ ਮਰਿਆਦਾ ਮੰਨੀ ਨਹੀਂ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਜੀ। ਵੇਖੋ ਕਿੰਨੀ ਦਇਆ ਸੱਚੇ ਪਾਤਸ਼ਾਹ ਦੀ। ਅਸੀਂ ਗੁਰੂ ਕੀ ਬਾਣੀ ਨੂੰ ਸੁਣ ਰਹੇ ਹਾਂ, ਅਸੀਂ ਰਸਨਾ ਤੋਂ ਗੁਰੂ ਦੀ ਸਿਫਤ ਸਲਾਹ ਕਰਨ ਦੀ ਨਿਮਾਣੀ ਕੋਸ਼ਿਸ਼ ਕਰਦੇ ਪਏ ਹਾਂ। ਕਿੰਨੀ ਵੱਡੀ ਗੁਰੂ ਦੀ ਬਖਸ਼ਿਸ਼ ਹੈ ਜੀ। ਅਤੇ ਇਸੇ ਸਮੇਂ ਨੇ ਦਰਗਾਹ ਦੇ ਵਿੱਚ ਸਾਡਾ ਸਹਾਈ ਹੋਣਾ ਹੈ। ਬਾਕੀ ਜਿੰਨਾ ਵੀ ਸਮਾਂ ਆ ਉਹ ਕਿਸੇ ਲੇਖੇ ਨਹੀਂ। ਭਾਈ ਨੰਦ ਲਾਲ ਜੀ ਕਹਿੰਦੇ ਨੇ, ਐ ਬੰਦਿਆ ਤੂੰ ਐਸੇ ਕੰਮ ਕੀਤੇ ਜਿਹੜੇ ਕੰਮ ਤੇਰੇ ਕਿਸੇ ਕੰਮ ਨਹੀਂ। ਕੋਈ ਐਸਾ ਕੰਮ ਕਰ ਜਿਹੜਾ ਕੰਮ ਵਾਕਈ ਸਰੀਰ ਛੱਡਣ ਤੋਂ ਬਾਅਦ ਤੇਰਾ ਗੁਰੂ ਕਹੇ ਪੁੱਤਰ ਇਹ ਕੰਮ ਤੇਰੇ ਕੰਮ ਆ ਗਿਆ, ਇਹ ਕੰਮ ਤੇਰੇ ਕੰਮ ਆ ਗਿਆ ਜੀ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਸਮੂਹ ਸੰਗਤ ਬਖਸ਼ ਲਿਓ। ਆਓ ਆਪਾਂ ਸਭ ਤੋਂ ਪਹਿਲਾਂ ਮੂਲ ਕਾਰਜ ਕਰੀਏ, ਸਿਮਰਨ ਕਰੀਏ, ਕਿਉਂਕਿ ਸਿਮਰਨ ਤੋਂ ਬਿਨਾਂ ਸਾਡਾ ਤੇ ਜੋ ਅੰਦਰ ਹੈ ਉਹ ਸੰਸਾਰ ਨੂੰ ਚੰਗਾ ਭਾਉਂਦਾ ਹੀ ਨਹੀਂ। ਜੇ ਸਿਮਰਨ ਨਾ ਹੋਵੇ ਤਾਂ ਇੰਝ ਲੱਗਦਾ ਹੈ ਕਿ ਭੁੱਖੇ ਹੀ ਬੈਠੇ ਹੋਏ ਹਾਂ, ਭਾਵੇਂ ਹਰ ਤਰ੍ਹਾਂ ਦਾ ਪਕਵਾਨ ਛਕ ਲਈਏ, ਰਸ ਨਹੀਂ ਰਹਿੰਦਾ ਅੰਦਰ ਦਾ। ਅਤੇ ਜੇ ਅੰਦਰ ਦਾ ਰਸ ਨਹੀਂ ਰਹਿੰਦਾ ਤਾਂ ਫਿਰ ਟਿਕਾਊ ਨਹੀਂ ਬਣਦਾ। ਆਓ ਗੁਰੂ ਮਹਾਰਾਜ ਜੀ ਦਾ ਬਚਨ ਮੰਨੀਏ ਜੀ। ਸਮੂਹ ਸੰਗਤ ਕਿਰਪਾ ਕਰੇ। ਵਾਹਿਗੁਰੂ ਸਤਿਗੁਰੂ ਕਿਰਪਾ ਕਰਨ। ਸਾਡੀ ਝੋਲੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਤੇਰੀ ਪਨਹ ਖੁਦਾਏ ਤੂੰ ਬਖਸ਼ੰਦਗੀ, ਸੇਖ ਫਰੀਦਾ ਖੈਰ ਦੀਜੈ ਬੰਦਗੀ। ਸੱਚੇ ਪਾਤਸ਼ਾਹ ਜੀ ਸਾਡੀ ਝੋਲੀ ਭਰ ਦੇਣ ਆਪਣੀ ਬੰਦਗੀ ਨਾਲ, ਆਪਣੇ ਪਿਆਰ ਦੇ ਨਾਲ, ਆਪਣੀ ਸ਼ਰਧਾ ਭਾਵਨੀ ਦੇ ਨਾਲ। ਫਿਰ ਹੀ ਇਹ ਲੋਕ ਤੇ ਪਰਲੋਕ ਸੁਹੇਲਾ ਹੋਏਗਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਸਮੂਹ ਸੰਗਤ ਬਖਸ਼ ਲਿਓ। ਆਓ ਅੰਤਲੀਆਂ ਪੰਕਤੀਆਂ ਪੜ੍ਹਦੇ ਹੋਏ ਸਮਾਪਤੀ ਕਰਨ ਦਾ ਯਤਨ ਕਰੀਏ। ਜਿਸ ਹੱਥ ਜੋਰ
ਕਰ ਵੇਖੈ ਸੋਏ, ਨਾਨਕ ਉਤਮ ਨੀਚ ਨਾ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।